भाई खालसा भाई फतेह जी, सत श्री अकाल, सतनाम, प्रणाम जो भी है जी आप जी का। ਇਹ ਪ੍ਰੋਗਰਾਮ ਅੱਜ ਫੇਰ ਵਾਇਸ ਆਫ ਮਾਨਵਤਾ ਤੇ ਅਸੀਂ ਕਰ ਰਹੇ ਹਾਂ ਔਰ ਜੋ ਵੀ ਵਿਚਾਰ ਅਸੀਂ ਓਪੀਨੀਅਨ ਦੇ ਰਹੇ ਹਾਂ ਉਹ ਸਭ ਸਾਡੇ ਆਪਣੇ ਇੰਡੀਵਿਜੂਅਲ ਹਨ। ਇਹਦੇ ਵਿੱਚ ਵਾਇਸ ਆਫ ਮਾਨਵਤਾ ਦਾ ਕੋਈ ਓਪੀਨੀਅਨ ਨਹੀਂ ਹੈ। ਸੋ ਇਹ ਗੱਲ ਦਾ ਵਿਚਾਰ ਕਰਦੇ ਹੋਏ ਅੱਜ ਦੇ ਜੋ ਵਿਚਾਰ ਹਨ ਉਹਦੇ ਤੇ ਜਿਸ ਤਰ੍ਹਾਂ ਕਿ ਪਿਛਲੇ ਹਫਤੇ ਅਸੀਂ ਕੀਤਾ ਸੀ ਕੁਝ ਥੋੜਾ ਜਿਹਾ ਟਾਈਮ ਅਸੀਂ ਵਾਇਸ ਆਪਣਾ এনवायरमेंट ਦੀ ਗੱਲ ਕਰਾਂਗੇ, ਹਾਊ ਔਮਨ ਕੈਨ ਹੈਲਪ ਅਸ ਆਊਟ। ਤੇ ਦੂਸਰਾ ਇਹ ਹੈ ਕਿ ਅੱਜ ਇਹ ਹੋਲੀ ਦਾ ਸਮਾਂ ਹੈ ਔਰ ਹੋਲੀ ਦੇ ਨਾਲ ਹੋਲਾ ਮਹੱਲਾ ਵੀ ਆ ਜਾਂਦਾ ਹੈ। ਤੇ ਵੈਸੇ ਵੀ ਅੱਜ 17 ਤਰੀਕ ਸੇਂਟ ਪੈਟਰਿਕ ਡੇ ਹੈਗਾ, ਜਿਹੜੇ ਕਿ ਆਇਰਲੈਂਡ ਦੇ ਲੋਕ ਆਇਰਿਸ਼ ਲੋਕ ਮਨਾਉਂਦੇ ਹਨ। ਔਰ ਇਸ ਵਾਸਤੇ ਵੀ ਇਸ ਬਾਰੇ ਗੱਲ ਕਰ ਸਕਦੇ ਹਾਂ ਕਿਉਂਕਿ ਇਹਨਾਂ ਦਾ ਸਾਡੇ ਨਾਲ ਕੁਝ ਹਿਸਟੋਰਿਕ ਟੋਲਿਕ ਹੈ। ਔਰ ਮੇਰਾ ਖਿਆਲ ਚ ਜੋ ਸਭ ਤੋਂ ਪਹਿਲੇ ਜਿਨ੍ਹਾਂ ਨੇ ਧਰਮ ਨੂੰ ਅਖਤਿਆਰ ਕੀਤਾ ਆਲਮੋਸਟ ਉਹ ਪਹਿਲਾ ਆਇਰਿਸ਼ਮੈਨ ਸੀਗਾ ਮੈਕਸ ਆਰਥਰ ਮੈਕਾਲਿਫ। ਉਹ ਆਇਰਲੈਂਡ ਤੋਂ ਸੀਗੇ ਜਿਹੜੇ ਕਿ ਇੰਡੀਆ ਦੇ ਵਿੱਚ ਬ੍ਰਿਟਿਸ਼ ਟਾਈਮ ਤੇ ਉਹਨਾਂ ਨੂੰ ਅਪਾਇੰਟ ਕੀਤਾ ਸੀ। ਤਾਂ ਇੰਡੀਆ ਵਿੱਚ ਰਹਿ ਕੇ ਉਹਨਾਂ ਨੇ ਸਿੱਖ ਧਰਮ ਦੀ ਸਟੱਡੀ ਕੀਤੀ, 6 ਵੋਲਿਊਮ ਲਿਖੇ ਔਰ मेरा ख्याल खुद भी इस धर्म ਨੂੰ काफी अपनाया। तो इस विषय ਤੇ कुछ थोड़ी जी गल करांगे। तो आओ पहले फिर कुछ जो एनवायरनमेंट ਤੇ ਗੱਲ ਕਰਨੀ ਸੀ ਪਿਛਲੀ ਵਾਰੀ ਉਸ ਨੂੰ ਥੋੜਾ ਕੰਟੀਨਿਊ ਕਰੀਏ ਔਰ ਆਪਣੇ ਵਿਚਾਰ ਸਾਂਝੇ ਕਰੀਏ। ਸੋ ਭਾਈ ਸੁਚਾ ਸਿੰਘ ਜੀ ਦੱਸੋ ਤੁਸੀਂ ਕੀ ਦੱਸਦੇ ਹੋ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੋ ਜੀ ਜੇ ਤਾਂ ਇੱਕ ਤੇ ਮੇਰੇ ਖਿਆਲ ਉਹਨਾਂ ਨੇ ਡਾਕਟਰ ਇਕਬਾਲ ਸਿੰਘ ਹੋਰਾਂ ਨੇ ਭੇਜਿਆ ਸੀ ਮੈਸੇਜ ਕਿ ਇਸ ਵਾਰੀ ਹੋਲੀ ਤੇ ਹੋਲਾ ਮਹੱਲਾ ਤੇ ਗੱਲ ਕਰਨੀ ਹੈ। ਠੀਕ ਹੈ ਜੀ। ਜੀ ਹਾਂ। ਜਿਸ ਹਿਸਾਬ ਤੋਂ ਜੇ এনवायरमेंट ਦੀ ਗੱਲ ਕਰਦੇ ਤੇ ਹੋਲੀ ਮਹੱਲਾ ਵੀ ਇੱਕ এনवायरमेंट ਦੇ ਨਾਲ ਕਾਫੀ ਹੱਦ ਤੱਕ ਜੁੜਦਾ ਹੋਇਆ ਤਿਉਹਾਰ ਹੈ ਜੀ। ਜੀ 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 ਜਿਹੜੀ ਇਹਦੀ ਮਨੌਤ ਸ਼ੁਰੂ ਹੁੰਦੀ ਹੈ ਉਹ ਤੇ ਫਸਲਾਂ ਆਉਣ ਦੀ ਖੁਸ਼ੀ ਦੇ ਵਿੱਚ ਸ਼ੁਰੂ ਹੁੰਦੀ ਹੈ। ਪੁਰਾਤਨ ਸਮਿਆਂ ਦੇ ਉੱਪਰੋਂ ਇਸ ਤਰ੍ਹਾਂ ਦੱਸਦੇ ਆ। ਤੇ ਦੂਸਰਾ ਜਿਹੜਾ ਆ ਇਹਦੇ ਵਿੱਚ ਜਿਹੜਾ ਪੁਰਾਤਨ ਜਿਹੜੀ ਹਿੰਦੁਸਤਾਨ ਦੇ ਵਿੱਚ ਇੱਕ ਮਰਜ਼ਾਦਾ ਚੱਲੀ ਸੀ ਜਿਹੜੇ ਲੋਕਾਂ ਦੇ ਉੱਪਰ ਰੰਗ ਪਾਉਣੇ। ਤੇ ਇੱਥੇ ਮੈਂ ਵੀ ਬੇਨਤੀ ਕਰਾਂ ਕਿ ਕੁਛ ਤਿਉਹਾਰ ਜਿਹੜੇ ਆ ਉਹ ਜਿਹੜੀ ਪੰਡਤ ਦੀ ਜਿਹੜੀ ਵਰਣ ਵੰਡ ਹੈ ਉਹਨੇ ਡਿਵਾਈਡ ਕੀਤੇ ਹੋਏ ਆ। ਕੁਛ ਜਿਹੜੇ ਜਿਨ੍ਹਾਂ ਦੇ ਵਿੱਚ ਮਿੱਟੀ ਘੱਟਾ ਉੱਡਣਾ ਆ, ਥੋੜਾ ਜਿਹਾ ਗੰਧ ਉੱਡਣਾ, ਉਹ ਤਿਉਹਾਰ ਉਹਨੇ ਸ਼ੂਦਰ ਤੇ ਵੈਸ਼ ਦੇ ਵਾਸਤੇ ਰਾਖਵੇਂ ਰੱਖੇ ਹੋਏ ਸੀਗੇ। ਉਹਨਾਂ ਦੇ ਵਿੱਚੋਂ ਇੱਕ ਇਹ ਜਿਹੜਾ ਹੋਲੀ ਦਾ ਤਿਉਹਾਰ ਸੀ ਪੰਡਤ ਨੇ ਸੀ ਆਪ ਮਨਾਉਂਦਾ, ਇਹ ਵੈਸ਼ ਤੇ ਸ਼ੂਦਰਾਂ ਨੇ ਦਿੱਤਾ ਹੋਇਆ ਸੀ ਕਿ ਇਹ ਤੁਹਾਡਾ ਤਿਉਹਾਰ ਹੈ, ਇਸ ਤਿਉਹਾਰ ਤੇ ਤੁਸੀਂ ਜੋ ਮਰਜ਼ੀ ਕਰ ਲਓ। ਹੋਰ ਜਿਹੜੇ ਰਾਮ ਨੌਮੀ ਆਉਂਦੀ ਹੈ ਜਾਂ ਜਿਹੜੀ ਸ਼ਿਵਰਾਤਰੀ, ਉਸ ਤਰ੍ਹਾਂ ਦੇ ਜਿਹੜੇ ਧਾਰਮਿਕ ਜਿਹੜੇ ਫੈਸਟੀਵਲਸ ਜਾਂ ਉਹਨਾਂ ਦੇ ਓਕੇਜਨ ਸੀਗੇ ਉਹ ਪੰਡਤ ਨੇ ਰੱਖੇ ਹੋਏ ਸੀ ਆਪਣੇ ਵਾਸਤੇ ਕਿ ਉਹ ਸਾਡੇ ਵਾਸਤੇ ਉਹ ਅਸੀਂ ਮਨਾਵਾਂਗੇ, ਇਹ ਤੁਸੀਂ ਮਨਾ ਲਓ। ਹੁਣ ਉਹ ਜਿਹੜੇ ਮਿੱਟੀ ਘੱਟੇ ਵਾਲੇ ਇਹਨਾਂ ਨੂੰ ਦਿੱਤੇ ਹੋਏ ਸੀਗੇ ਕਿ ਗਰੀਬ ਹੈ ਚਲੋ ਤੁਸੀਂ ਮਿੱਟੀ ਘੱਟੇ 'ਚ ਮਲੇਟੀ ਜਾਓ, ਇੱਕ ਦੂਸਰੇ ਪਾਈ ਜਾਓ ਗੰਦ। ਤੇ ਉਹ ਜਿਹੜਾ ਉਹ ਅਸੀਂ ਵੀ ਦੇਖਦੇ ਰਹੇ ਛੋਟੇ ਹੁੰਦੇ, ਰੰਗ ਪਾਉਣਾ ਤੇ ਸਵਾਹ ਵੀ ਪਾਉਣੀ ਤੇ ਹੋਰ ਵੀ ਮਿੱਟੀ ਮੁੱਟੀ ਪਾਈ ਜਾਣੀ ਲੋਕਾਂ ਦੇ ਉੱਪਰ ਇਸ ਤਰ੍ਹਾਂ ਦਾ ਘੋਲ ਕੇ। ਹਾਂਜੀ, ਤੇ ਉਹ ਜਿਹੜੀ ਅਸਲੀਅਤ ਜਿਹੜੀ ਗੱਲ ਸਾਡੇ ਧਰਮ ਦੇ ਨਾਲ ਜਿਸ ਵੇਲੇ ਜੁੜਦੀ ਹੈ ਉਹ ਗੁਰੂ 10ਵੇਂ ਪਾਤਸ਼ਾਹ ਜੀ ਨੇ ਉਸ ਰਸਮ ਦੇ ਨਾਲੋਂ ਸਾਨੂੰ ਤੋੜ ਕੇ ਜਿਹੜੀ ਇੱਕ ਸਾਨੂੰ ਗੁਰਬਾਣੀ ਦੀ ਸੇਧ ਦੇ ਕੇ ਸਾਨੂੰ ਜੋੜਿਆ ਹੋਲੀ ਦੇ ਨਾਲ। ਤੇ ਉਹ ਅਸਲ ਦੇ ਵਿੱਚ ਉਹਨਾਂ ਨੇ ਫਿਰ ਹੋਲਾ ਮਹੱਲਾ ਨਾਂ ਦਿੱਤਾ। ਲੇਕਿਨ ਮੈਂ ਪਹਿਲਾਂ ਗੱਲ ਕਰਦਾ ਹੋਲਾ ਮਹੱਲਾ ਚਲੋ ਫਿਰ ਬਾਅਦ ਚ ਆ ਜਾਏਗੀ ਗੱਲ। ਲੇਕਿਨ ਹੋਲੀ ਤੇ ਵੀ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਸ਼ਬਦ ਹੈ ਜੀ, ਬਸੰਤ ਰਾਗ ਦੇ ਵਿੱਚ। ਹੁਣ ਬਸੰਤ ਜਿਹੜੀ ਰੁੱਤ ਹੈ ਇਹਨਾਂ ਦਿਨਾਂ ਦੇ ਵਿੱਚ ਹੈ, ਫੁੱਲ ਖਿੜਦੇ ਹੈ, ਧਰਤੀ ਮੌਲਦੀ ਹੈ, ਤੇ ਉਹਦੇ ਬਾਰੇ ਤੇ ਪੂਰੇ ਦਾ ਪੂਰਾ ਰਾਗ ਬਸੰਤ ਦੇ ਵਿੱਚ ਲਿਖਿਆ ਹੋਇਆ ਤੇ ਬੜੇ ਸ਼ਬਦ ਨੇ। ਲੇਕਿਨ ਜੇ ਹੋਲੀ ਦਾ ਇੱਕ ਸ਼ਬਦ ਦੇਖੋ ਉਹਦੇ ਵਿੱਚ ਉਹ ਗੁਰੂ ਮਹਾਰਾਜ ਦਾ ਸ਼ਬਦ ਹੈਗਾ ਇਹ 5ਵੇਂ ਪਾਤਸ਼ਾਹ ਜੀ ਦਾ। ਉਹ ਕਹਿੰਦੇ ਕਿ ਗੁਰ ਸੇਵਾओं ਕਰ ਨਮਸਕਾਰ, ਆਜ ਹਮਾਰੇ ਮੰਗਲ ਚਾਰ, ਆਜ ਹਮਾਰੇ ਮਹਾ ਆਨੰਦ चिंत लथी भेटे गोविंद, आज हमारे ग्रह बसंत, गुण गाए प्रभ तुम बेअंत, आज हमारे बने फाग, फग्गण दा महीना है जी। सो अज होली खेडण दा महीना बन गया इत्थे। आज हमारे बने फाग, प्रभ संगी मिल खेलन लाग। सो होली कहते खेलते है परमात्मा दे संत जन संगत मिल के ये होली खेडते है जिहदे विच गुण गाए प्रभ तुम बेअंत, ਜਾਨੀ ਪ੍ਰਮਾਤਮਾ ਦੇ ਗੁਣ ਗਾਉਣੇ ਇਕੱਠੇ ਹੋ ਕੇ ਸੰਗਤ ਰੂਪ ਦੇ ਵਿੱਚ। ਇਹਨੂੰ ਗੁਰੂ ਮਹਾਰਾਜ ਜੀ ਨੇ ਹੋਲੀ ਬਣਾਇਆ ਸੀ। ਉਸ ਤੋਂ ਬਾਅਦ ਜਿਹੜੀ ਤੁਕ ਬੜੀ ਪਿਆਰੀ ਆਉਂਦੀ ਹੈ ਉਹਦੇ ਵਿੱਚ ਕਹਿੰਦੇ ਹੋਲੀ ਕੀਨੀ ਸੰਤ ਸੇਵ,
रंग लगा अत लाल देव। ए भाई कहते परमात्मा की सिफत सलाह ਉਹਦੀ बरकत ਦੇ ਨਾਲ ਕਹਿੰਦੇ ਮੇਰੇ ਅੰਦਰ ਫੱਗਣ ਦੀ ਹੋਲੀ ਬਣੀ ਪਈ ਹੈ, ਕਹਿੰਦੇ ਮੇਰੇ ਅੰਦਰ ਬਣੀ ਪਈ ਹੈ। ਹੁਣ ਇਹ ਜਿਹੜੀ ਹੋਲੀ ਮੇਰੀ ਹੋਲੀ ਹੈ, ਇਹ ਕਹਿੰਦੇ ਕੀ ਹੈ ਮੇਰੇ ਵਾਸਤੇ? ਇਹ ਮੇਰੇ ਵਾਸਤੇ ਹੈ ਸੰਤ ਜਨਾਂ ਦੀ ਸੇਵਾ। तो संत जना दी जां संगतां दी सेवा, जिसले गुरबाणी दे विच संत जना दी सेवा दी गल आउंदी है, उहदा मतलब सिर्फ ते सिर्फ भली जिहड़ी सृष्टि है उहदी सेवा करनी। हुण साडे वास्ते बुरा ते कुछ है नहीं जी, इस वास्ते सारी सृष्टि दी सेवा साडे वास्ते साडे उपर लागू हो जाती है। ते जदों गुरु महाराज जी गल करनगे कि मैं परमात्मा दी कायनात दी जां परमात्मा दी सेवा करदा, उहदा मतलब है कि एनवायरमेंट दी सेवा करदा, दुनिया दी सेवा करदा है। ते ਇਹਦਾ ਜਿਹੜਾ ਸੰਬੰਧ ਹੈ ਉਹ एनवायरमेंट ਦੇ ਨਾਲ ਮਿਲ ਜਾਂਦਾ। तो होली कीनी संत सेव, संत जना ਦੀ ਸੇਵਾ ਨੂੰ ਕਹਿੰਦੇ ਮੈਂ ਆਪਣੇ ਵਾਸਤੇ ਹੋਲੀ ਬਣਾ ਲਿਆ। ਹੁਣ ਉਹ ਜਿਹੜੀ ਗੰਦਗੀ ਵਾਲੀ ਹੋਲੀ ਸੀ, ਮਿੱਟੀ ਘਟਾ ਸੁੱਟਣਾ, ਉਹਦੇ ਨਾਲੋਂ ਗੁਰੂ ਮਹਾਰਾਜ ਜੀ ਨੇ ਸਾਨੂੰ ਤੋੜ ਦਿੱਤਾ ਇੱਥੇ। ਠੀਕ ਹੈ ਜੀ, ਸਾਨੂੰ ਹੋਲੀ ਮਨਾਉਣ ਵਾਸਤੇ ਕਿ ਮਨਾ ਲਓ, ਪਰ ਲੇਕਿਨ ਇਸ ਤਰ੍ਹਾਂ ਦੀ ਮਨਾਓ, ਰੰਗ ਲਾਗਾ ਅਤ ਲਾਲ ਦੇਵ। ਤੇ ਇਹਦੇ ਨਾਲ ਕਹਿੰਦੇ ਕੀ ਹੋਏਗਾ? ਸੰਤ ਜਨਾਂ ਦੀ ਸੰਗਤ ਦੀ ਬਰਕਤ ਜਿਹੜੀ ਹੋਏਗੀ ਨਾ, ਉਹ ਜਿਸਲੇ ਸੰਗਤ ਦੇ ਵਿੱਚ ਰਹਿ ਕੇ ਹੋਲੀ ਮਨਾਓਗੇ, ਗੁਣ ਗਾ ਕੇ ਹੋਲੀ ਮਨਾਓਗੇ, ਫਿਰ ਕਹਿੰਦੇ ਉਹਦੇ ਨਾਲ ਸਾਡੇ ਅੰਦਰ ਪ੍ਰਮਾਤਮਾ ਦਾ ਪਿਆਰ ਗੂੜਾ ਰੰਗ ਚੜ੍ਹਦਾ। ਅਤ ਲਾਲ ਦੇਵ, ਉਹਦੇ ਨਾਲ ਬੜਾ ਹੀ ਗੂੜਾ ਪਿਆਰ ਦਾ ਰੰਗ ਸਾਨੂੰ ਚੜ੍ਹਦਾ। ਤੇ ਹੋਲੀ ਸਾਰਾ ਰੰਗਾਂ ਦਾ ਹੀ ਤਿਉਹਾਰ ਹੈ। ਤੇ ਇਸ ਵਾਸਤੇ ਕਹਿੰਦੇ ਸਾਡੀ ਜਿਹੜੀ ਹੋਲੀ ਹੈ ਉਹ ਹੈਗੀ ਪ੍ਰਮਾਤਮਾ ਦਾ ਨਾਮ। ਜਨ ਮਾਨ ਤਨ ਮੌਲਿਓ ਅਤ ਅਨੂਪ, ਸੁੱਕੈ ਨਾਹੀ ਸ਼ਾਵ ਧੂਪ। परमात्मा के गुण गाने जिहड़े ना, इहदे नाल कहते मेरा मन होर भी खिड़ पैंदा। बाहर फुल खिड़दे आ ते मेरा मन खिड़दा, मेरा तन बहुत सोहना खिड़ पिया। कहते मन तन मौलियो अत अनूप, कोई जिहदा पारावार नहीं, इन्ना खिड़ गया। सुक्कै नाही, हुण कहते सुख, यानी हुण कहते सुक्कै नाही छाव धूप। हुण कहते सुख होण चाहे दुख होण, यानी छां होवे चाहे धुप होवे, जानी जा सुख है जा दुख है, मेरे मन ते मेरे तन दे विच कहंदे खड़ाओ बनिया ही रहिंदा। वो सुकदा ही नहीं, चाहे छां होवे चाहे धुप होवे। तो ये जिहड़ी सानू गुरु पातशाह वालों दित्ती गई होली है, तो सगली रुत्ती हरिया होए साध बसंत गुर मिले देव। तो सारियां रुत्तां सारे समयां दे विच आत्मक जीवन दे नाल भरपूर रहन लग पैंदा इंसान जदों इस तरह की होली मनाउंदा है। तो ये जिहड़ी सानू गुरु महाराज जी ने होली दित्ती, इहदे नाल देखो एक ते एनवायरमेंट नूं गंदा करन तो सानू बचा लिया, दूजे पासे साडे अंदर होली दे दित्ती जिहदे नाल असीं परमात्मा दे गुण गाउने आ। ਉਹਦੇ ਨਾਲ ਸਾਨੂੰ ਗੁਰੂ ਮਹਾਰਾਜ ਜੀ ਬਾਹਰਲੀ ਫੁੱਲ ਜਿਹੜੀ ਬਸੰਤ ਦੀ ਰੁੱਤ ਦੀ ਜਿਹੜੀ ਬਿਊਟੀ ਹੈ ਉਹਦੇ ਨਾਲ ਵੀ ਜੋੜਦੇ ਆ ਕਿ ਉਹਨੂੰ ਇੰਜੋਏ ਕਰੋ, ਨਾ ਕਿ ਉਹਨੂੰ ਤੋੜ ਕੇ ਆਪਣੇ ਘਰਾਂ 'ਚ ਗੁਲਦਸਤਿਆਂ ਦੇ ਸਜਾਓ। ਜਿਸ ਤਰ੍ਹਾਂ ਪਿਛਲੇ ਹਫ਼ਤੇ ਵੀ ਸ਼ਬਦ ਪੜ੍ਹਿਆ ਸੀਗਾ ਕਿ ਬ੍ਰਹਮਪਤੀ ਬਿਸ਼ਨਦਾਰੀ ਫੂਰ ਸ਼ੰਕਰ ਦਿਓ, ਤੀਨ ਦੇਵ ਪ੍ਰਤੱਖ ਤੋਰੇ ਕਰੇ ਕਿਸ ਕੀ ਸਿਓ, ਹੋਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਯੂ ਨੋ, ਸੋ ਉਹ ਜਿਹੜੀ ਇੱਕ ਰਿਵਾਜ਼ ਜਿਹੜਾ ਬਣ ਚੁੱਕਾ ਹੈ ਕਿ ਫੁੱਲਾਂ ਦਾ ਬੜਾ ਵੱਡਾ ਬਿਜ਼ਨਸ ਹੈਗਾ ਚੱਲ ਪਿਆ ਹੋਇਆ, ਤੇ ਤੋੜ ਕੇ ਉਹਨਾਂ ਨੂੰ ਸਜਾਉਣਾ, ਗੁਰੂ ਮਹਾਰਾਜ ਦੀ ਪਾਲਕੀਆਂ ਦੇ ਨਾਲ ਲਾਈ ਜਾਣਾ। ਤਾਂ ਉਹ ਜਿਹੜਾ ਗੁਰੂ ਮਹਾਰਾਜ ਦਾ ਜਿਹੜਾ ਤਰੀਕਾ ਨਹੀਂ ਹੈ ਜ਼ਿੰਦਗੀ ਜਿਉਣ ਦਾ। ਸਾਨੂੰ ਜਿਹੜੀ ਹੋਲੀ ਦਿੱਤੀ ਹੈ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਗੁਣ ਗਾਓ ਤੇ ਕਾਇਨਾਤ ਦੀ ਸੇਵਾ ਕਰੋ, ਤੇ ਸ੍ਰਿਸ਼ਟੀ ਦੀ ਸੇਵਾ ਕਰੋ, ਜਿਹੜੀ ਵੈਜੀਟੇਸ਼ਨ ਹੈ ਇਹਦੀ ਵੀ ਸੇਵਾ ਕਰੋ। एक होर भी है, इतिहासिक कह लो या कल्चरल कह लो, कि थ्रू प्रहलाद दे नाल स्टोरी जोड़ी जाती है कि थ्रू प्रहलाद ਨੂੰ ਉਹਦਾ ਫਾਦਰ ਜਿਹੜਾ ਸੀ, ਉਹਦੇ ਪਿਤਾ ਉਹਨੂੰ ਮਾਰਨਾ ਚਾਹੁੰਦੇ ਸੀ ਕਿਉਂਕਿ ਉਹ ਰਾਮ ਦੇ ਭਗਤ ਸੀ, ਔਰ ਉਹ ਪਿਤਾ ਜਿਹੜਾ ਸੀ ਕਹਿੰਦੇ ਸੀ ਨੇ ਮੇਰਾ ਨਾਮ ਜਪੋ ਜੀ। ਉਹ ਫਿਰ ਹੋਲਿਕਾ ਉਹਨਾਂ ਨੂੰ ਲੈ ਕੇ ਬੈਠ ਗਈ ਅੱਗ ਵਿੱਚ, ਔਰ ਉਹ ਖੁਦ ਸੜ ਗਈ और भगत प्रहलाद बचे रह गए। तो उस पॉइंट ऑफ व्यू तो भी कल्चरल हिस्टोरिक भी है, हिस्टोरिक तो पता नहीं है कि नहीं, लेकिन एटलीस्ट कल्चरल जरूर है। गुरु साहिबान ने नाल उस गल तो वर्जित किया है, जिवें भाई साहब जी ने कहा है कि इस मौके ते लोग धूड़ सुटते हैं, गंद पाते हैं, गलत काम भी करते हैं, लेकिन उन्होंने सिख कौम नूं एम्पावर करने वास्ते नाल होला महला किया है, मार्शल आर्ट्स दसे है भी तुसी होली इस तरह मनाओ, सिर्फ नाम सिमरन नाल दे नाल, धार्मिक हिसाब दे नाल ही नहीं, लेकिन नाल नाल जो तुसी एज ए खालसा पंथ बनाया है ਉਹਦੇ ਵਿੱਚ ਤੁਹਾਨੂੰ ਐਮਪਾਵਰ ਕਰਨਾ ਵੀ ਉਤਨਾ ਜ਼ਰੂਰੀ ਹੈ। ਉਹ ਗੱਲ ਵੀ ਨਾਲ ਹੋਲਾ ਮਹੱਲੇ ਤੇ ਆਂਦੀ ਹੈ। ਤੇ ਪਰ ਇਹ ਹੈ ਵੀ ਐਸਾ ਹੋ ਗਿਆ ਕਿ ਹੋਲਾ ਮਹੱਲਾ ਜਿਹੜਾ ਸਿਰਫ
ਅੱਜ ਅਸੀਂ ਸੋਚਦੇ ਹਾਂ ਕਿ ਸਿਰਫ ਨਿਹੰਗ ਸਿੰਘ ਹੀ ਕਰਦੇ ਆ, ਉਹਨਾਂ ਨੂੰ ਕਰਦੇ ਹਮ ਨਿਹੰਗ ਸਿੰਘ ਹੋ ਰਹੀ अपना, लेकिन आम असी लोग मोहल्ला ओला मोहल्ला ज्यादा कुछ अपनी लाइफ च नहीं करते। सो ये गल है भी इट शुड बी ब्रॉड बेस, सब ਨੂੰ ਇਸ ਦਾ ਵਿਚਾਰ ਹੋਣਾ ਚਾਹੀਦਾ ਹੈ। ਨਾਲ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਕਿਹਾ ਹੈ ਕਿ ਇਹ ਜੋ ਜ਼ਿਆਦਾ ਰੁਚੀ ਹੈ ਉਹ रूहानी रुचि है, संतां नाल मिलके जो नाम सिमरन की गल है वो असल होली वो है ताकि असी परमात्मा दे रंग नाल जुड़िए। सो भाई साहब जी तुहाडा की विचार है? भाई धर्म सिंह जी। जी आप जी ने ते प्रोफेसर सुच्चा सिंह जी ने बहुत सोहने विचार दसे गुरमत दे अनुसार, क्योंकि जेड़े त्योहार शुरू किस भी रूप दे विच होए होण ते अक्सर ਜਿਹੜੀਆਂ ਮਨੁੱਖ ਦੀਆਂ ਆਪਣੀਆਂ ਭਾਵਨਾਵਾਂ ਨੇ, ਖਾਸ ਕਰਕੇ ਵਿਕਾਰੀ ਬਿਰਤੀਆਂ, ਉਹ ਆਪਣੇ ਵੱਲ ਨੂੰ ਖਿੱਚ ਲੈਂਦੀਆਂ ਨੇ। ਤੇ ਇਸੇ ਤਰ੍ਹਾਂ ਹੋਲੀ ਦਾ ਜਿਹੜਾ ਤੁਸੀਂ ਪਿਛੋਕੜ ਦੱਸਿਆ ਪ੍ਰਹਲਾਦ ਜੀ ਦੇ ਨਾਲ ਸ਼ੁਰੂ ਸ਼ਾਇਦ ਉੱਥੋਂ ਹੋਇਆ ਹੋਏ, ਤੇ ਫਿਰ ਕਹਿੰਦੇ ਵੀ ਉਹ ਜਿਹੜੀ ਉਹਦੀ ਸਵਾਹ ਹੁੰਦੀ ਸੀਗੀ ਉਹਨੂੰ ਫਿਰ ਚਿਖਾ ਬਣਾ ਕੇ ਜਲਾਉਂਦੇ ਸੀਗੇ ਤੇ ਉਹ ਸੁੱਟਦੇ ਸੀ ਉਹਦੇ ਤੋਂ ਗੰਦ ਮੰਦ। ਇੱਥੋਂ ਤੱਕ ਵੀ ਕਿ ਸ਼ਾਇਦ 1985 ਦੀ ਗੱਲ ਆ, ਮੈਂ ਪੌਂਟਾ ਸਾਹਿਬ ਉਦੋਂ ਡਿਊਟੀ ਕਰਦਾ ਸੀ ਤੇ ਉੱਥੋਂ ਚਲੇ ਗਏ ਭੰਗਾਣੀ ਸਾਹਿਬ ਤੇ ਹੋਲੀਆਂ ਦੇ ਦਿਨ ਸੀ ਤੇ ਆਉਂਦਿਆਂ ਸਾਰੀ ਟ੍ਰੈਫਿਕ ਦੋਵੇਂ ਪਾਸੇ ਰੁਕੀ ਹੋਈ। ਮੈਂ ਇਹੋ ਜਿਹਾ ਪਹਿਲੇ ਨਹੀਂ ਸੀ ਕਦੀ ਦੇਖਿਆ, ਮੈਂ ਸਾਰੇ ਰੁਕੇ ਸੀ, ਮੈਂ ਅੱਗੇ ਚਲ ਗਿਆ ਤੁਰ ਕੇ, ਮੈਂ ਕਿਹਾ ਵੀ ਗੱਲ ਕੀ ਆ। ਤੇ ਕਾਫੀ ਸਾਰੀਆਂ ਲੜਕੀਆਂ ਸੀਗੀਆਂ ਤੇ ਉਹਨਾਂ ਨੇ ਗੋਹਾ ਜਿਹੜਾ ਉਹ ਬਾਲਟੀਆਂ ਦੇ ਵਿੱਚ ਘੋਲ ਕੇ ਭਰੀਆਂ ਹੋਈਆਂ ਸੀਗੀਆਂ ਬਾਲਟੀਆਂ, ਤੇ ਉਹ ਸੁੱਟਦੀਆਂ ਸੀ ਜੇ ਕੋਈ ਅੱਗੇ ਜਾਂਦਾ ਸੀ। ਤੇ ਮੈਂ ਕੁਦਰਤੀ ਥੋੜਾ ਜਿਹਾ ਆਪਣਾ ਲਿਬਾਸ ਵੀ ਇਹੋ ਜਿਹਾ ਹੋਣ ਕਰਕੇ ਧਾਰਮਿਕ, ਤੇ ਮੈਂ ਕਿਹਾ ਵੀ ਗੋਹਾ ਨਾ ਸੁੱਟੇ, ਵੀ ਮੈਨੂੰ ਗੱਲ ਦੱਸੋ ਵੀ ਕਾਰਨ ਕੀ ਆ ਇਹਦਾ। ਕਹਿੰਦੇ ਮੋਹ ਮਾਇਆ ਦਿਓ, ਮੋਹ ਮਾਇਆ ਲੈਣੀ ਆ, ਮਤਲਬ ਪੈਸੇ 2 ਰੁਪਏ ਦਿੱਤੇ ਸਾਰੀ ਟ੍ਰੈਫਿਕ ਖੁੱਲ ਗਈ। ਮਤਲਬ ਇਹ ਜਿਹੜਾ ਨਾ ਰੂਪ ਜਿਹੜਾ ਹੁਣ ਯੂਪੀ ਦੇ ਵਿੱਚ ਸਾਡੇ ਕੋਲ ਵਿਦਿਆਲੇ 'ਚ ਬੱਚੇ ਪੜ੍ਹਦੇ ਰਹੇ ਆ ਤੇ ਉਹ ਦੱਸਦੇ ਸੀਗੇ ਵੀ ਬੜਾ ਆਪਣੇ ਲੜਕੇ ਲੜਕੀਆਂ ਜਿਹੜੇ ਸ਼ਰਾਰਤਾਂ ਵੀ ਕਰਦੇ ਇੱਕ ਦੂਸਰੇ ਨਾਲ ਇਹਨਾਂ ਦਿਨਾਂ ਦੇ ਵਿੱਚ, ਹੋਲੀਆਂ ਦੇ ਵਿੱਚ, ਤੇ ਉਹ ਸਾਰਾ ਕੁਝ ਗੰਦਮੰਦ ਜਿਹੜਾ ਇਹ ਤਿਉਹਾਰਾਂ ਦੇ ਨਾਂ ਤੇ ਗੁਰੂ ਸਾਹਿਬ ਜੀ ਨੇ ਜਿਹੜੀ ਮਨੁੱਖਤਾ ਨੂੰ ਸਹੀ ਜੀਵਨ ਜਾਚ ਦਿੱਤੀ ਉਹ ਸੀਗੀ ਮਨੁੱਖਤਾ ਦੀ ਸੇਵਾ, ਉੱਚਾ ਸੁੱਚਾ ਆਚਰਣ, ਤੇ ਉਹਦੇ ਵਾਸਤੇ ਜਿਹੜਾ ਮੇਨ ਹੈਗਾ ਉਹ ਪਰਮੇਸ਼ਰ ਦੀ ਯਾਦ ਆ, ਮਨੁੱਖਤਾ ਦੀ ਸੇਵਾ ਆ। ਤੇ ਇਸ ਕਰਕੇ ਉਹਨਾਂ ਨੇ ਫਿਰ ਇਹਨਾਂ ਜਿਹੜੇ ਤਿਉਹਾਰ ਸੀਗੇ ਇਹਨਾਂ ਦਾ ਬਦਲਵਾਂ ਰੂਪ ਦਿੱਤਾ ਸਾਨੂੰ ਹੋਲੇ ਮਹੱਲੇ ਦੇ ਰੂਪ ਵਿੱਚ, ਜਿੱਥੋਂ ਸ਼ਸਤਰ ਵਿਦਿਆ ਦਾ ਅਭਿਆਸ ਤੇ ਮਜ਼ਲੂਮ ਦੀ ਰੱਖਿਆ, ਜਰਵਾਣੇ ਦੀ ਭਖਿਆ ਜਿਹੜਾ ਸਿਧਾਂਤ ਸੀਗਾ, ਤੇ ਉਹ ਹੋਲਾ ਮਹੱਲਾ ਸ਼ੁਰੂ ਕਰਕੇ ਦਿੱਤਾ। ਜਿਹੜੀ ਆਪ ਜੀ ਨੇ ਗੱਲ ਕਹੀ ਨਿਹੰਗ ਸਿੰਘਾਂ ਵਾਲੀ, ਨਿਹੰਗ ਸਿੰਘ ਸ਼ਸਤਰ ਵਿਦਿਆ ਜ਼ਰੂਰ ਕਰਦੇ, ਪਰ ਉਹਨਾਂ ਨੇ ਹੁਣ ਕਈ ਗੱਲਾਂ ਜਿਹੜੀਆਂ ਉਹ ਗਲਤ ਵੀ ਹੁੰਦੀਆਂ ਨੇ। ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ, ਕਿਉਂਕਿ ਸਿੱਖਾਂ ਦੇ ਵਿੱਚ ਰੰਗ ਇੱਕ ਦੂਸਰੇ ਤੇ ਸੁੱਟਣਾ ਮਨਾ ਆ, ਪਰ ਇਹ ਨਿਹੰਗ ਸਿੰਘ ਹੀ ਸ਼ੁਰੂ ਕਰ ਦਿੰਦੇ ਨੇ ਤੇ ਇਹ ਸੁੱਟਦੇ ਅੱਜ ਕੱਲ। ਤੇ ਭੰਗ ਪੀਣੀ, ਉੱਥੇ ਭੰਗ ਦੇ ਪਕੌੜੇ, ਤੇ ਮਤਲਬ ਉਹ ਜਿਹੜਾ ਹੋਲੇ ਮਹੱਲੇ ਵਾਲਾ ਰੂਪ ਰੰਗ ਸੀਗਾ ਉਹ ਰਿਹਾ ਨੀਗਾ, ਹੁਣ ਮੇਲਾ ਬਣ ਗਿਆ ਇੱਕ। ਹਾਂਜੀ ਜੀ ਹੋ ਜੀ ਭਾਈ ਸਾਹਿਬ ਜੀ ਤੁਸੀਂ ਦੱਸੋ। ਭਾਈ ਮੇਘਰਾਜ ਸਿੰਘ ਜੀ ਤੁਸੀਂ ਕੁਝ ਕਹੋ। ਚਲੇ ਗਏ ਲੱਗਦੇ, ਅਨਮਿਊਟ ਕਰੋ ਤੁਸੀਂ ਮੇਘਰਾਜ ਸਿੰਘ ਜੀ। ਮੇਘਰਾਜ ਸਿੰਘ ਜੀ ਅਨਮਿਊਟ ਕਰੋ। ਮੇਰੇ ਖਿਆਲ ਚ ਮੇਘਰਾਜ ਸਿੰਘ ਜੀ ਚਲ ਗਏ ਲੱਗਦੇ ਆ। ਅੱਛਾ, ਸਾਡੇ ਨਾਲ ਅੱਜ ਮੇਰੀ ਬੇਟੀ ਹਰਬੀਰ ਵੀ ਹੈ ਔਰ ਇਹਨਾਂ ਕੋਲ ਵਿਚਾਰ ਸੁਣੋ ਔਰ ਕਿਸ ਤਰ੍ਹਾਂ ਅੱਜ ਕੱਲ ਕੈਲੀਫੋਰਨੀਆ ਦੇ ਵਿੱਚ ਹੋਲਾ ਮਹੱਲਾ ਜਿਹੜਾ ਹੈ ਕਿਸ ਤਰ੍ਹਾਂ ਯੂਥ ਉਹਦੇ ਨਾਲ ਐਸੋਸੀਏਟ ਹੋਇਆ ਹੈ ਔਰ ਉਹ ਕਿਹੋ ਜਿਹੀ ਐਕਟੀਵਿਟੀਜ਼ ਕਰਦੇ ਹਨ। ਸੋ ਹਰਬੀਰ ਤੁਸੀਂ ਦੱਸੋ। ਟਿਸ਼ੂ ਬਾਕਸ ਹੈਗਾ ਆਪਣੇ ਹੈਲੋ ਹਰਬੀਰ, ਹੁਣੇ ਸੀਗੀ। ਮੇਘਰਾਜ ਸਿੰਘ ਜੀ ਆ ਗਏ ਸ਼ਾਇਦ। ਅੱਛਾ ਹਰਬੀਰ ਸੀਗੇ, ਹੁਣੇ ਚਲੀ ਗਏ। ਓਕੇ ਮੇਘਰਾਜ ਸਿੰਘ ਫਿਰ ਤੁਸੀਂ ਆਏ ਹੋ? ਨਹੀਂ ਨਹੀਂ ਹੈਗੇ। ਅੱਛਾ
ਪਾਰਟਿਸਪੈਂਟ ਦੂਜੇ ਵੀ ਆਏ, ਭਾਈ ਕੁਲਵਿੰਦਰ ਸਿੰਘ ਵੀ ਨਹੀਂ ਆਇਆ, ਡਾਕਟਰ ਕੁਲਵਿੰਦਰ ਸਿੰਘ ਨਹੀਂ ਆਏ, ਨਹੀਂ ਉਹ ਚਲੇ। ਸੋ ਅਸੀਂ ਫਿਰ 2-3 ਹੀ ਹੈਗੇ ਆ। ਮੇਰਾਜ ਸਿੰਘ ਤਾਂ ਆ ਨਹੀਂ ਰਹੇ ਹੈ, ਤੁਸੀਂ ਅਟੈਂਡੈਂਸ, ਲੇਕਿਨ ਸ਼ਾਇਦ ਉਹ ਕਿਤੇ ਅੱਗੇ ਚਲੇ ਗਏ ਕੰਮ ਅੱਗੇ ਪਿੱਛੇ ਕਿਤੇ। ਚਲੋ ਬਾੜੀਆ ਜੀ ਪ੍ਰੋਗਰਾਮ ਤੁਸੀਂ ਕਰੋ, ਮੈਂ ਇੱਧਰ ਦੂਜੇ ਪਾਸੇ ਲੱਗਾ। ਥੈਂਕ ਯੂ। ਚਲੋ ਬਸ ਅਸੀਂ ਪ੍ਰੋਗਰਾਮ ਤਾਂ ਕਰ ਹੀ ਰਹੇ ਹਾਂ, ਪਰ ਅੱਜ ਅਸੀਂ ਤਿੰਨ ਹੀ ਹੈ ਬਸ। ਤੇ ਫਿਰ ਚਲੋ ਤੁਸੀਂ ਵੀ ਅੱਜ ਥੋੜਾ ਵਿਚਾਰ ਕਰੋ, ਅਟੈਂਡ ਕਰ ਹੀ ਰਹੇ ਹੋ ਤਾਂ। ਨਹੀਂ, ਉਹ ਦੂਜੇ ਪਾਸੇ ਪ੍ਰੋਗਰਾਮ 'ਚ ਨਹੀਂ ਕਹਿੰਦੀ। ਅੱਛਾ ਚਲੋ ਠੀਕ ਹੈ ਫਿਰ। ਤੇ ਹੋਰ ਇਸ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ ਭਾਈ ਸਾਹਿਬ ਜੀ? ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਦੱਸਿਆ ਗੁਰਬਾਣੀ ਦੇ ਆਧਾਰ ਤੇ, ਲੇਕਿਨ ਜੋ ਕਲਚਰਲ ਬੈਕਗਰਾਉਂਡ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਹੈ, ਕਿਆ ਸਾਨੂੰ ਉਹਨਾਂ ਦੇ ਨਾਲ ਜੁੜਨਾ ਚਾਹੀਦਾ ਹੈ? ਸ਼ੁੱਡ ਵੀ ਪਾਰਟਿਸਿਪੇਟ ਕਿ ਸ਼ੁੱਡ ਵੀ ਨਾਟ ਪਾਰਟਿਸਿਪੇਟ? ਦੇਖੋ ਜੀ, ਜਿਹੜੀ ਕਲਚਰਲ ਬੈਕਗਰਾਉਂਡ ਹੈ ਨਾ, ਉਹਦੇ ਵਿੱਚ ਤੇ ਗੰਦਗੀ ਸੁੱਟਣੀ ਇੱਕ ਦੂਸਰਿਆਂ ਦੇ ਉੱਪਰ, ਉਹ ਤਾਂ ਗਲਤ ਹੈ ਯਾਰ, ਉਹ ਤਾਂ ਗਲਤ ਪਾਰਟ ਨਹੀਂ ਬਣ ਸਕਦੇ। ਉਹਦਾ ਨਹੀਂ, ਉਹ ਤੇ ਸਾਨੂੰ ਜਦ ਗੁਰੂ ਮਹਾਰਾਜ ਨੇ ਤੋੜ ਹੀ ਦਿੱਤਾ। ਤੇ ਜਿਹੜਾ 10ਵੇਂ ਪਾਤਸ਼ਾਹ ਜੀ ਨੇ ਫਿਰ ਜਿਹੜਾ ਇੱਕ ਨਵਾਂ ਜਿਹੜਾ ਸਟਾਈਲ ਜਿਹੜਾ ਸ਼ੁਰੂ ਕੀਤਾ ਸੀ, ਹੋਲਾ ਮਹੱਲਾ। ਸੋ ਮਹੱਲਾ ਦਾ ਮਤਲਬ ਹੁੰਦਾ ਹੱਲਾ ਕਰਨਾ। ਸੋ ਉਹਦੇ ਵਿੱਚ ਹੁੰਦਾ ਕਿ ਜੁਝਾਰੂ ਪ੍ਰਵਿਰਤੀ ਨੂੰ ਸਿੱਖਾਂ ਦੇ ਵਿੱਚ ਪ੍ਰਚੰਡ ਕਰਨ ਦੇ ਵਾਸਤੇ ਨਾ ਜੀ, ਗੁਰੂ ਮਹਾਰਾਜ ਇਹ ਸਿਸਟਮ ਬਣਾਉਂਦੇ ਸੀਗੇ ਕਿ 2 ਫੌਜਾਂ ਬਣਾ ਦੇਣੀਆਂ। ਤੇ ਜਿਸ ਤਰ੍ਹਾਂ ਹਰ ਇੱਕ ਫੌਜ ਕਰਦੀ ਹੈ, ਜਿੱਦਾਂ ਆਪਣੀ ਹੁੰਦੀ ਹੈ, ਇੱਕ ਆਪੋਜ਼ਿਟ ਦੁਸ਼ਮਣ ਵਾਲੀ ਫੌਜ ਬਣ ਜਾਂਦੀ, ਇੱਕ ਆਪਣੀ। ਸੋ ਜਿਹੜੀ ਉਸ ਤਰੀਕੇ ਦੇ ਨਾਲ ਬਣਾ ਕੇ ਇੱਕ ਨੇ ਹੱਲਾ ਕਰਨਾ, ਦੂਸਰੀ ਨੇ ਰੋਕਣਾ। ਉਹ ਇਸ ਤਰ੍ਹਾਂ ਹੁੰਦਾ। ਉਹ ਜਿਹੜਾ ਜਿੱਤ ਜਾਂਦਾ, ਗੁਰੂ ਮਹਾਰਾਜ ਨੂੰ ਇਕੱਲੇ ਨੂੰ ਇਨਾਮ ਦਿੰਦੇ, ਤੇ ਜਿਹੜਾ ਜ਼ਿਆਦਾ ਜ਼ੋਰ ਦਿਖਾਉਂਦਾ ਹੁੰਦਾ ਸੀ ਉਹਨੂੰ ਫਿਰ ਵੱਖਰੇ ਇਨਾਮ ਦੇਣੇ, ਖਿਤਾਬ ਦੇਣਾ ਨਾ ਜੀ, 10,000 ਹੀ ਮੇਰਾ, 15,000 ਹੀ, ਇਸ ਤਰ੍ਹਾਂ ਦੇ ਇਨਾਮ ਦੇਣੇ ਜਿਹੜੇ। ਸੋ ਇਹ ਜਿਹੜਾ ਗੁਰੂ ਮਹਾਰਾਜ ਜੀ ਦਾ ਸਟਾਈਲ ਰਿਹਾ। ਤੇ ਜਿਹੜਾ ਮੇਨ ਮਕਸਦ ਗੁਰੂ ਮਹਾਰਾਜ ਜੀ ਦਾ ਉਹ ਇਹੋ ਹੀ ਸੀ ਕਿ ਮੇਰੇ ਸਿੱਖ ਜਿਹੜੇ ਆ ਇਹ ਉਧਰ ਗੰਦਗੀ ਵਾਲਾ ਤਿਉਹਾਰ ਜਿਹੜਾ ਉਹਦਾ ਸਿਸਟਮ ਛੱਡ ਕੇ ਸਿਹਤ ਦਾ ਜਿਹੜਾ ਖਿਆਲ ਕਰਨ, ਜਿਹੜਾ ਜਾਨੀ ਦੌੜਨਾ, ਘੋੜਸਵਾਰੀ ਕਰਨਾ, ਉਹਨਾਂ ਦਿਨਾਂ ਚ ਲੋੜ ਵੀ ਸੀ ਇਸ ਚੀਜ਼ ਦੀ। ਪਰ ਇੱਕ ਚੀਜ਼ ਇਹ ਕਮਾਲ ਦੀ ਹੈ ਜੀ ਕਿ ਇਹੋ ਹੀ ਚੀਜ਼ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਰਾਈਟ ਵੇ ਗੁਰੂ ਅੰਗਦ ਦੇਵ ਜੀ ਨੇ ਵੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦੇ ਟਾਈਮ ਦੇ ਉੱਪਰ ਵੀ ਮੱਲਾਂ ਦੇ ਘੁਲਣਾ, ਬੱਚਿਆਂ ਨੂੰ ਘੁਲਾਉਣਾ ਆਪਸ ਦੇ ਵਿੱਚ, ਤੇ ਉਦੋਂ ਹੁੰਦਾ ਸੀਗਾ। ਤੇ ਇਹ ਵੀ ਕਿਧਰੇ ਲਿਖਿਆ ਮਿਲਦਾ ਹੈ ਕਿ ਗੁਰੂ ਅੰਗਦ ਦੇਵ ਜੀ ਦੇ ਟਾਈਮ ਦੇ ਉੱਤੇ ਲੰਗਰ ਵੀ 2 ਬਣਦੇ ਸੀ, ਅੱਡ ਤਰ੍ਹਾਂ ਦਾ ਹੁੰਦਾ ਸੀ। ਇੱਕ ਜਿਹੜਾ ਪਹਿਲਵਾਨਾਂ ਵਾਸਤੇ ਅੱਡ ਬਣਦਾ ਹੁੰਦਾ ਸੀ, ਜਿਹਦੇ ਵਿੱਚ ਘਿਓ ਵਗੈਰਾ ਹੋਰ। ਹੁਣ ਇਹਦੇ ਵਿੱਚ ਮੈਨੂੰ ਨਹੀਂ ਪਤਾ ਕਿੰਨੀ ਸੱਚਾਈ ਹੈ, ਪਰ ਕਿਸੇ ਨੇ ਇਹ ਵੀ ਲਿਖਿਆ ਹੋਇਆ ਇੱਕ ਕਿਤਾਬ ਵਿੱਚ ਇਹ ਵੀ ਮਿਲਦਾ ਕਿ ਉਸ ਵੇਲੇ ਗੁਰੂ ਅੰਗਦ ਦੇਵ ਜੀ ਦੇ ਲੰਗਰ ਦੇ ਵਿੱਚ ਮੀਟ ਵੀ ਬਣਦਾ ਸੀਗਾ। ਇਹ ਵੀ ਲਿਖਿਆ ਮਿਲਦਾ, ਸੁਣਿਆ ਇਹ ਵੀ ਮਿਲਦਾ। ਪਰ ਦੂਸਰਾ ਪੱਖ ਜਿਹੜਾ ਉਹ ਦੂਸਰੇ ਨੂੰ ਮੰਨਦਾ ਨਹੀਂ ਹੈਗਾ। ਬਟ ਇਟਸ ਪੋਸੀਬਲ ਕਿ ਜੇ ਉਹ ਕੰਮ ਉਦਾਂ ਦਾ ਕਰਾਉਂਦੇ ਸੀਗੇ, ਬੱਚਿਆਂ ਨੂੰ ਖਿਡਾਉਂਦੇ ਸੀਗੇ ਤੇ ਡੰਡ ਬੈਠਕਾਂ ਕੱਢਣੀਆਂ, ਘੁਲਣਾ ਹੈ, ਤੇ ਉਹਨਾਂ ਦੀ ਖੁਰਾਕ ਵੀ ਉਦਾਂ ਦੀ ਹੋਣੀ ਚਾਹੀਦੀ ਹੈ। ਤੇ ਇਹ ਜਿਹੜਾ ਕੰਮ ਦੇਖੋ ਦੂਜੇ ਪਾਤਸ਼ਾਹ ਨੇ ਵੀ ਸ਼ੁਰੂ ਕੀਤਾ, ਤੇ ਅਗਾਂਹ ਸਾਰੇ ਹੀ ਗੁਰੂ ਮਹਾਰਾਜ ਸਰੀਰਕ ਤੌਰ ਤੇ ਤਕੜੇ ਰਹਿਣ ਦੇ ਵਾਸਤੇ ਵਰਜਿਸ਼ ਵਗੈਰਾ ਨੂੰ ਪ੍ਰਮੋਟ ਕਰਦੇ ਰਹੇ ਆ। ਤੇ 10ਵੇਂ ਪਾਤਸ਼ਾਹ ਜੀ ਨੇ ਉਸੇ ਚੀਜ਼ ਨੂੰ ਕੰਪਲਸਰੀ ਕਰ ਦਿੱਤਾ ਸੀ ਵੀ ਜੇ ਤੁਸੀਂ ਤਿਉਹਾਰ ਤੇ ਮਨਾਓ, ਜ਼ਰੂਰ ਮਨਾਓ, ਲੇਕਿਨ ਅਨੰਦਪੁਰ ਦੀ ਧਰਤੀ ਤੇ ਆ ਕੇ ਮਨਾਓ। ਤੇ ਇੱਥੇ ਜਿਹੜੀ ਹੈ ਇਸ ਤਰ੍ਹਾਂ ਦੇ ਜੰਗ ਯੁੱਧ ਜਿਹੜੇ ਫੇਕ ਆਰਮੀ ਬਣ ਕੇ ਤੇ ਇਹਦੇ ਨਾਲ ਲੜੋ, ਤੇ ਉਹਨੂੰ ਪ੍ਰਮੋਟ ਕੀਤਾ ਸੀ ਗੁਰੂ ਮਹਾਰਾਜ ਜੀ ਨੇ। ਤੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਜਿਹੜੀਆਂ ਸਿੱਖਣੀਆਂ ਵੀ ਚਾਹੀਦੀਆਂ। ਤੇ ਹੁਣ ਜਿਸ ਤਰ੍ਹਾਂ ਪ੍ਰਿੰਸੀਪਲ ਧਰਮ ਸਿੰਘ ਹੋਰਾਂ ਨੇ ਦੱਸਿਆ ਹੀ ਆ ਕਿ ਜਿਹੜਾ ਸਾਡੇ ਧਰਮ ਦੇ ਵਿੱਚ ਕੁਰੀਤੀ ਜਿਹੜੀ ਹੈ ਉਹ ਬਾਰ-ਬਾਰ ਆਈ ਜਾਂਦੀ ਹੈ। ਇਸੇ ਵਾਸਤੇ ਮੈਂ ਆਈ ਥਿੰਕ 2 ਹਫ਼ਤੇ ਪਹਿਲਾਂ ਬੇਨਤੀ ਕੀਤੀ ਸੀ ਕਿ ਜਿਹੜਾ ਸਿੱਖ ਧਰਮ ਮੋਸਟਲੀ ਅੱਜ ਅਸੀਂ ਸਿੱਖ ਫੋਲੋ ਕਰਦੇ ਹਾਂ, ਇਹ ਜਿਹੜਾ ਧਰਮ ਹੈਗਾ ਇਸ ਉਸ ਟਾਈਮ ਦਾ ਦਿੱਤਾ ਗਿਆ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਬਾਅਦ ਵਾਲਾ ਜਿਹੜਾ ਉਦੋਂ ਕ੍ਰੀਏਟ ਕੀਤਾ ਗਿਆ, ਉਹਨੂੰ ਅਸੀਂ ਮੋਸਟਲੀ ਫੋਲੋ ਕਰਦੇ ਹਾਂ। ਜਿਹੜਾ ਗੁਰੂ ਮਹਾਰਾਜ ਵਾਲਾ ਧਰਮ ਸੀ ਉਹ ਤੇ ਸਾਨੂੰ ਪਤਾ ਵੀ ਨਹੀਂ ਹੈ। ਉਹ ਤੇ ਸਿਰਫ ਗੁਰਬਾਣੀ ਦੇ ਵਿੱਚੋਂ ਲੱਭ ਸਕਦਾ। ਤੇ ਉਸ ਟਾਈਮ ਦੇ ਉੱਪਰ ਹੀ ਉਹਨਾਂ ਨੇ ਸਾਨੂੰ ਤੋੜ ਕੇ ਲਾ ਵੀ ਦਿੱਤਾ 10 ਗ੍ਰੰਥ ਦੇ ਨਾਲ। ਤੇ ਅਸੀਂ ਜਿਹੜੀਆਂ ਮਰਜ਼ਾਦਾਵਾਂ ਜਿਹੜੀਆਂ ਬਣਾਈਆਂ ਫੋਲੋ ਕਰਨ ਰਹੇ ਹਾਂ। ਈਵਨ ਦੋ ਬਾਣੀਆਂ ਜਿਹੜੀਆਂ ਅਸੀਂ ਪੜ੍ਹਦੇ ਜ਼ਿਆਦਾ ਤੌਰ ਤੇ ਅੰਮ੍ਰਿਤ ਪ੍ਰਚਾਰ ਦੇ ਵਿੱਚ, ਨਿਤਨੇਮ ਦੇ ਵਿੱਚ 3 ਬਾਣੀਆਂ ਅਸੀਂ ਉੱਧਰੋਂ ਲੈਂਦੇ ਹਾਂ, 2 ਸਿਰਫ ਗੁਰੂ ਗ੍ਰੰਥ ਸਾਹਿਬ ਚੋਂ ਲੈ ਲੈਂਦੇ ਹਾਂ। ਤੇ ਮੈਂ ਕਈ ਵਾਰੀ ਕਿਸੇ ਨਾਲ ਗੱਲ ਹੋਵੇ ਤੇ ਮੈਂ ਕਰਦਾ ਹੁੰਦਾ ਇਹ ਗੱਲ, ਮੈਂ ਕਹਿੰਦਾ ਹੁੰਦਾ ਕਿ ਵੀ ਦੇਖੋ ਜੀ ਤੁਸੀਂ ਸਿਰਫ ਇੱਕ ਚੀਜ਼ ਦਾ ਜਵਾਬ ਦਿਓ ਕਿ ਤੁਸੀਂ ਸਿੱਖ ਕਿਹਦੇ ਬਣਨਾ? ਕਹਿੰਦੇ ਗੁਰੂ ਦੇ। ਮੈਂ ਕਿਹਾ ਜੀ ਹੁਣ ਕਿਹੜੇ ਗੁਰੂ ਦੇ? ਮਤਲਬ ਕਿਹੜੇ ਦੇ? ਗੁਰੂ ਨਾਨਕ ਦੇਵ ਜੀ ਦੇ, ਗੁਰੂ ਅੰਗਦ ਦੇਵ ਜੀ ਦੇ। ਹੁਣ ਤੁਸੀਂ ਦੱਸੋ ਕਿ ਕਿਹੜੇ ਗੁਰੂ ਦੇ? ਉਹ ਕਹਿਣਗੇ ਗੁਰੂ ਗ੍ਰੰਥ ਸਾਹਿਬ ਦੇ। ਤੇ ਮੈਂ ਕਿਹਾ ਵੀ ਜੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣਨਾ
ਤੇ ਗੁਰੂ ਗ੍ਰੰਥ ਸਾਹਿਬ ਤੋਂ ਦੀਖਿਆ ਲੈ ਕੇ ਬਣੋਗੇ ਕਿ ਦਸਮ ਗ੍ਰੰਥ ਤੋਂ ਦੀਖਿਆ ਲੈ ਕੇ ਬਣੋਗੇ? ਗੁਰੂ ਗ੍ਰੰਥ ਸਾਹਿਬ ਦੇ ਵਿੱਚ 5 ਬਾਣੀਆਂ ਨੇ ਲਈਆਂ ਜਾ ਸਕਦੀਆਂ, ਜੇ 5 ਦੇ ਨਾਲ ਹੀ ਬਣਨਾ ਹੈ ਤੇ ਇਹਦੇ ਵਿੱਚੋਂ ਵੀ ਲਈਆਂ ਜਾ ਸਕਦੀਆਂ, ਦਸਮ ਗ੍ਰੰਥ ਦੇ ਵਿੱਚੋਂ ਕਿਉਂ ਆ ਰਹੀ ਹੈ? ਹੁਣ ਇਹਨਾਂ ਚੀਜ਼ਾਂ ਦੇ ਉੱਪਰ ਓਪਨ ਡਿਸਕਸ਼ਨ ਕਰਨ ਦੇ ਵਾਸਤੇ ਜਿਹੜੇ ਸਾਡੀਆਂ ਦਾ ਜੀ ਕਈ ਆਰਗੇਨਾਈਜੇਸ਼ਨਸ ਹੈਗੀਆਂ ਜਿਨ੍ਹਾਂ ਦਾ ਫਰਜ਼ ਬਣਦਾ ਹੈ, ਉਹ ਕਰਨ ਵਾਸਤੇ ਤਿਆਰ ਨਹੀਂ। ਕਿਉਂਕਿ ਇਹਦੇ ਵਿੱਚ ਸਿਰਫ ਇਹੀ ਆ ਕਿ ਦੂਜੇ ਪਾਸੇ ਧੜਾ ਜਿਹੜਾ ਉਹ ਵਿਰੋਧ ਕਰਨੇ ਵਾਲਾ ਧੜਾ ਜਿਹੜਾ ਬਹੁਤ ਜ਼ਿਆਦਾ ਪਾਵਰਫੁਲ ਤਗੜਾ ਹੈਗਾ, ਤੇ ਉਹਨਾਂ ਨੇ ਉਹ ਤੇ ਕਰਨਾ ਹੀ ਕਰਨਾ ਜੀ। ਇਹ ਤੇ ਜਿੰਨਾ ਤੁਸੀਂ ਪੋਸਟਪੋਨ ਕਰੋਗੇ ਉਨਾ ਹੀ, ਜਾਂ ਪ੍ਰੋਲੋਂਗ ਕਰੋਗੇ, ਜਿੰਨਾ ਤੁਸੀਂ ਪ੍ਰੋਲੋਂਗ ਕਰੋਗੇ ਪ੍ਰੋਬਲਮ ਨੂੰ ਉਨੀ ਉਹ ਵੱਡੀ ਹੁੰਦੀ ਜਾਣੀ ਹੈ। ਇਸ ਤਰ੍ਹਾਂ ਹੁੰਦਾ ਹੈ ਸਾਡੇ ਨਾਲ। ਤੇ ਪਿਛਲੀ ਵਾਰੀ ਵੀ ਜਿਹੜੀ ਸਾਡੀ ਗੱਲ ਹੋ ਰਹੀ ਸੀ ਉਹਦੇ ਵਿੱਚ ਜਿਹੜੀ ਰਾਗਮਾਲਾ ਦੀ ਗੱਲ ਕੀਤੀ ਸੀ ਅਸੀਂ, ਉਹ ਵੀ ਜਿੰਨੀ ਅਸੀਂ ਉਹਨੂੰ ਪ੍ਰੋਲੋਂਗ ਕਰਦੇ ਗਏ, ਕੋਈ ਗੱਲ ਨਹੀਂ ਫੇਰ ਕਰਾਂਗੇ। ਉਹ ਹੁਣ ਜਿਹੜੀ ਇੰਨੀ ਵੱਡੀ ਪ੍ਰੋਬਲਮ ਆ ਗਈ ਕਿ ਜਦੋਂ ਤੱਕ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਪੜ੍ਹਦੇ ਸੀ ਅੰਮ੍ਰਿਤਸਰ ਨਾ ਜੀ, ਉਦੋਂ ਤੱਕ ਅਕਾਲ ਤਖਤ ਤੇ ਰਾਗਮਾਲਾ ਨਹੀਂ ਸੀ ਪੜ੍ਹੀ ਜਾਂਦੀ, ਹਰਮੰਦਰ ਸਾਹਿਬ ਦੇ ਅੰਦਰ ਪੜ੍ਹਦੇ ਹੁੰਦੇ ਸੀਗੇ। ਇਹ ਵੀ ਕਨਫਲਿਕਟ ਹੈ ਆਪਣੇ ਉਹਨਾਂ ਦਾ ਮਰਜ਼ਾਦਾ ਦੇ ਨਾਲ, ਬਟ ਇਟ ਵਾਜ਼ ਦਾ ਮਰਜ਼ਾਦਾ ਕਿ ਅਕਾਲ ਤਖਤ ਤੇ ਨਹੀਂ ਸੀ ਪੜ੍ਹੀ ਜਾਂਦੀ ਰਾਗਮਾਲਾ ਕਦੇ ਵੀ। ਹੁਣ ਮੈਂ ਸੁਣਿਆ, ਮੇਰੇ ਨਾਲ ਹੀ ਪੜ੍ਹਦਾ ਸੀ ਬੰਦਾ, ਮੁੰਡਾ, ਉਹ ਬਾਅਦ ਚ ਫਿਰ ਬਣ ਗਿਆ ਪ੍ਰਿੰਸੀਪਲ ਉੱਥੇ ਮਿਸ਼ਨਰੀ ਕਾਲਜ ਦਾ ਹੀ, ਤੇ ਉਹਦੇ ਨਾਲ ਗੱਲ ਹੁੰਦੀ ਸੀ, ਉਹ ਦੱਸਦਾ ਸੀ, ਕਹਿੰਦਾ ਨਹੀਂ ਹੁਣ ਪੜ੍ਹਦੇ ਆ, ਹੁਣ ਅਕਾਲ ਤਖਤ ਤੇ। ਉਹ ਚੁੱਪ ਕਰੀਤੇ ਪੜ੍ਹਨ ਲੱਗ ਪਏ, ਚੁੱਪ ਕਰਕੇ। ਬਸ ਇਸ ਤਰ੍ਹਾਂ ਜਿਹੜਾ ਨਾ ਚੇਂਜ ਹੁੰਦੀ ਹੈ, ਜੇ ਉਹ ਗਲਤ ਚੇਂਜ ਕਰ ਸਕਦੇ ਆ ਬਿਨਾਂ ਪੁੱਛੇ ਦੱਸੇ, ਤੇ ਅਸੀਂ ਚੰਗੀ ਚੇਂਜ ਨਹੀਂ ਕਰ ਸਕਦੇ। ਜਿਹੜੀ ਚੰਗੀ ਚੀਜ਼ ਹੈ ਉਹ ਅਸੀਂ ਅਡਾਪਟ ਕਰ ਲਈਏ। ਜੀ ਬਿਲਕੁਲ ਠੀਕ ਹੈ, ਠੀਕ। So can I add something, Papa, really quick? So yes, sir. Sat Shri Akal, everybody. I had ਮੈਨੂੰ ਇੱਕ ਚੀਜ਼ ਨਾ, and again I don't know the phrases very well, so forgive me, but the essence I find is less about which tuhar you follow, but rather that you should understand that, again, being mindful, because anything can become a slippery slope and can be turned into something else. So to me, throwing colors, there's nothing wrong with throwing colors. It's what does it mean and why do you do it is where I think I kind of see it a little bit differently. And that's where I just, thought I'd share my perspective, that I feel it's more about that your actions should be, again, thoughtful and mindful, because if you're not, then everything becomes a slippery slope into, like Nihangs, what you said, example some Nihangs are doing. So I just want to share that thought. Plus also, tell me what is first Hola Mahalla? How do you participate and what do you do? Do you, as a young people, do you do something different? So, kar de ho kuch? Yes, Papa. We actually in California, we have a big Hola Mahalla, and we actually in San Jose Gurdwara. I mean, it's like 30,000-40,000 people come. And in that, we have horse racing. We have, of course, we can't forget the food because people congregate around food. Then there's different types of hay rides. There's different competitions, the kids races, running races. There's, even kabaddi for those who want to do that. And then there's even basketball and volleyball. And then there is a mela around it where people come together, and people of all different, communities. It's not only Sikh. They come and look at the stalls, and so it's a very inclusive space. And so I didn't experience the ones that are very only Nihang focused, but I guess the ones that are in our Gurdwara San Jose, we're very mindful of trying to be very inclusive and very welcoming. So we have a very different experience, and it's almost like a full day. I mean, people come from all over the Bay Area because it's such a special part of the yearly events that people look forward to. Looks like California ਦੇ ਵਿੱਚ maybe ਕਾਫੀ popular, ਲੇਕਿਨ ਮਹਿਸੂਸ ਕਰਦੇ ਕਿ ਹੋਰ ਕਿਸੇ ਵੀ ਪਾਰਟ ਕੰਟਰੀ ਦੇ ਵਿੱਚ ਗੁਰਦੁਆਰਿਆਂ ਵਿੱਚ ਹੋਲਾ ਮਹੱਲਾ ਕੋਈ ਖਾਸ ਨਹੀਂ ਮਨਾਉਂਦੇ। ਤੇ maybe it's the volume of population also. ਇਹ possible ਹੈ, ਲੇਕਿਨ ਕਿਆ ਕੋਈ somebody ਉੱਥੇ ਤੁਹਾਨੂੰ ਕੋ explain ਵੀ ਕਰਦੇ ਇਹਦੀ background ਕੀ ਹੈ ਹੋਲੀ ਔਰ ਹੋਲੇ ਮਹੱਲੇ ਦੀ? They do ardas in the beginning, and then they'll kind of kickstart it during the morning, or like around 10 or 11, I think. And that time to talk about it, and then they would have Tadi Jathas from all over the place come, and each person kind of gives their explanation or feeling about Hola Mahalla. So it's kind of all built into the program. I see. Yeah, and they even have Gatka. Yeah, I forgot about Gatka.
Oh yes, you have big Gatka team out there. I know, I've seen in that place. और जी बाकी ਇਹਦਾ ਮਤਲਬ ਇਹ ਹੈ ਕਿ ਬਾਕੀ ਗੁਰਦੁਆਰਿਆਂ ਵਿੱਚ ਪਤਾ ਨਹੀਂ ਸਭ ਦਾ ਕੀ ਹਾਲ ਹੈ, ਕਿਆ ਉੱਥੇ ਭਾਈ ਸਾਹਿਬ ਜੀ ਕੁਝ ਕਰਦੇ ਆ ਇਸ ਬਾਰੇ? ਜੀ ਨਹੀਂ, ਸਾਡੇ ਨਹੀਂ ਇਸ ਤਰ੍ਹਾਂ ਕਰਦੇ। ਸਾਡੇ ਸਿਰਫ ਸੰਗਤ ਦੇ ਵਿੱਚ ਜਿਹੜੀ ਗੱਲਬਾਤ ਕਰੀਦੀ ਉਹੀ ਕਰੀਦੀ ਹੈ ਜੀ, ਹਿਸਟਰੀ ਦੀ। ਅਦਰਵਾਈਜ਼ ਮਨਾਉਣੇ ਦਾ ਕੋਈ ਨਹੀਂ ਹੈਗਾ। ਸਾਡੀ ਤੇ ਵੈਸੇ ਵੀ ਸੰਗਤ ਛੋਟੀ ਹੈ ਜੀ ਇੱਥੇ। ਪਿਟਸਬਰਗ ਦੇ ਵਿੱਚ ਜ਼ਿਆਦਾ ਸਿੱਖ ਨਹੀਂ ਹੈਗੇ, ਤੇ ਹੁਣ ਤੇ ਕੋਵਿਡ ਕਰਕੇ ਤੇ ਬਸ ਰੈਗੂਲਰਲੀ 25-30 ਬੰਦੇ ਹੁੰਦੇ ਸੰਡੇ ਨੂੰ। ਇੱਕ ਸੰਡੇ ਦਾ ਪ੍ਰੋਗਰਾਮ ਹੁੰਦਾ ਸਾਡੇ। ਹਾਂਜੀ, ਸਾਡੀ ਜ਼ਿਆਦਾ ਨਹੀਂ ਹੋ ਸਕਦਾ। ਹੋਰ ਭਾਈ ਸਾਹਿਬ ਜੀ, ਧਰਮ ਸਿੰਘ ਜੀ? ਹਾਂਜੀ, ਇੱਥੇ ਗੱਤਕਾ ਤੇ ਸਿਖਾਉਂਦੇ ਆ ਮੈਲਬੌਰਨ ਦੇ ਵਿੱਚ, ਕੁਛ ਗੁਰਦੁਆਰਿਆਂ ਦੇ ਵਿੱਚ। ਮੈਨੂੰ ਦੋਵਾਂ ਦਾ ਤੇ ਪਤਾ ਆ ਕਿ ਉੱਥੇ ਗੱਤਕੇ ਦੀਆਂ ਕਲਾਸਾਂ ਲਾਉਂਦੇ ਆ। ਤੇ ਹੋਲਾ ਮਹੱਲਾ ਮਨਾਉਣ ਬਾਰੇ ਦੀਵਾਨ ਤੇ ਜ਼ਰੂਰ ਲੱਗਦੇ ਆ, ਪਰ ਜਿਸ ਤਰ੍ਹਾਂ ਦਾ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਸੀਗਾ ਕਨਸੈਪਟ, ਮੇਰੇ ਖਿਆਲ ਚ ਉਦਾਂ ਨਹੀਂ ਇੱਥੇ ਕਿਤੇ ਵੀ ਮਨਾਇਆ ਜਾਂਦਾ। ਕਨਸੈਪਟ ਭਾਵ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਕਿਹਾ ਹੈ ਕਿ ਗੁਰੂ 10ਵੇਂ ਪਾਤਸ਼ਾਹੀ ਦੀ ਸਾਰੀ ਕੋਸ਼ਿਸ਼ ਜਿਹੜੀ ਸੀ ਉਹ ਸਿੰਘਾਂ ਨੂੰ ਮਤਲਬ ਇਹ ਹੈ ਕਿ ਐਮਪਾਵਰ ਕਰਨਾ, ਉਹਨਾਂ ਨੂੰ ਜੁਝਾਰੂ ਬਣਾਉਣਾ, ਉਹਨਾਂ ਨੂੰ ਤਕੜੇ ਕਰਨਾ, ਕਿਉਂਕਿ ਉਹਨਾਂ ਦਾ ਕੰਮ ਹੀ ਸੀ ਕਮਿਊਨਿਟੀ ਨੂੰ ਮਤਲਬ ਉੱਚਾ ਚੁੱਕਣਾ, ਤਾਂ ਕਿ ਅਤਿਆਚਾਰ ਦੇ ਅਗੇਂਸਟ, ਜ਼ਬਰਦਸਤ ਦੇ ਅਗੇਂਸਟ ਉਹਨਾਂ ਨੂੰ ਖੜੇ ਕਰਨਾ। ਇਸ ਵਾਸਤੇ ਉਹਨਾਂ ਨੇ ਜੋ ਵੀ ਕੰਮ ਕੀਤੇ ਨੇ ਗੁਰਬਾਣੀ ਦੇ ਨਾਲ ਨਾਲ, ਉਹਨਾਂ ਨੇ ਸਿੰਘਾਂ ਨੂੰ ਆਪਣਾ ਸਸ਼ਸਤਰ ਵੀ ਕੀਤਾ ਹੈ, ਉਹਨਾਂ ਨੂੰ ਜੁਝਾਰੂ ਬਣਾਇਆ, ਉਹਨਾਂ ਨੂੰ ਉਹਨਾਂ ਦਾ ਮੋਰਲ ਸਪੋਰਟ, ਮੋਰਲ ਅਪਲਿਫਟਿੰਗ ਕੀਤੀ ਹੈ ਉਹਨਾਂ ਦੀ। ਔਰ ਇਹ ਜੋ ਐਕਟੀਵਿਟੀਜ਼ ਹਨ ਉਹ ਸਾਰੀਆਂ ਇਸ ਪਾਸੇ ਹੀ ਹਨ, ਭਾਵੇਂ ਕਿ ਗੱਤਕਾ ਖੇਡੋ ਜਾਂ ਕੁਝ ਕਰੋ, ਮਤਲਬ ਉਹੀ ਹੈ। ਸੋ ਜਿਹੜਾ ਗੱਤਕਾ ਹੈ ਨਾ ਜੀ, ਅਸਲ ਚ ਸ਼ਸਤਰ ਵਿਦਿਆ ਜਿਹੜੀ ਆ ਸਾਡੇ, ਇਹ ਬੜਾ ਮਹੱਤਵਪੂਰਨ ਸਾਡੇ ਧਰਮ ਦਾ ਅੰਗ ਆ, ਕਿਉਂਕਿ ਸਾਡਾ ਜਿਹੜਾ ਆਪਣੀ ਜ਼ਿੰਦਗੀ ਤੇ ਆਨ ਸ਼ਾਨ ਨਾਲ ਜਿਉਣ ਦਾ ਹੈ ਹੀ ਆ। ਤੇ ਅਸੀਂ ਆਪਣਾ ਜੋ ਗੁਰਮਤ ਦਾ ਸਿਧਾਂਤ ਆ ਵੀ ਆਪਣੇ ਸਾਹਮਣੇ ਕਿਸੇ ਬੀਬੀ ਦੀ ਬੇਅਦਬੀ ਹੁੰਦੀ, ਕਿਸੇ ਮਜ਼ਲੂਮ ਦੇ ਉੱਪਰ ਧੱਕਾ ਹੁੰਦਾ, ਜਿਹੜਾ ਉਹ ਵੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਜਿਹੜਾ ਗੁਰਮਤ ਦਾ ਫਲਸਫਾ ਆ ਵੀ ਕਿਸੇ ਵੀ ਰੂਪ ਦੇ ਵਿੱਚ ਆਵਾਜ਼ ਉਠਾਣੀ ਆ, ਤੇ ਜੇ ਤੁਹਾਡੇ ਕੋਲ ਥੋੜੀ ਤਾਕਤ ਆ ਤੇ ਤਾਂ ਹੀ ਤੁਸੀਂ ਉਹਨੂੰ ਰੋਕ ਸਕਦੇ। ਮੈਂ ਇੱਥੇ ਇੱਕ ਬੜਾ ਸੋਹਣੀ ਐਗਜ਼ਾਮਪਲ ਆ, ਜਦੋਂ 84 ਦੇ ਵਿੱਚ ਕਤਲੇਆਮ ਹੋਇਆ, ਮੇਰੇ ਦੋ ਭਰਾ ਇੱਥੇ ਗੁੜਗਾਵਾਂ ਸੀਗੇ, ਬਾਈਪਾਸ ਸਲੋਖਰਾ, ਉੱਥੇ ਕੋਈ ਫੈਕਟਰੀ ਉਹਦੇ ਵਿੱਚ ਸੀਗੇ। ਵੱਡਾ ਮੇਰਾ ਜਿਹੜਾ ਮੇਰੇ ਤੋਂ ਛੋਟਾ, ਦੋਵੇਂ ਛੋਟੇ ਸੀਗੇ, ਮੈਂ ਵੱਡਾ ਸਾਰਿਆਂ ਤੋਂ, ਤੇ ਜਿਹੜਾ ਮੇਰੇ ਤੋਂ ਛੋਟਾ ਸੀਗਾ ਦੂਜੇ ਨੰਬਰ ਵਾਲਾ, ਉਹ ਮੇਰੇ ਨਾਲੋਂ ਵੀ ਜਵਾਨ ਸੀਗਾ, ਮਤਲਬ 6 ਫੁੱਟ ਦੇ ਨੇੜੇ ਤੇੜਾ ਉਹਦਾ ਕੱਦ ਹੋਊਗਾ, ਤੇ ਉਹਨੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ। ਜਿਹੜਾ ਛੋਟਾ ਸੀਗਾ ਤੀਸਰੇ ਨੰਬਰ ਵਾਲਾ, ਉਹਦਾ ਕੱਦ ਵੀ ਛੋਟਾ ਜਿਹਾ, ਅੱਜ ਵੀ ਮੇਰੇ ਖਿਆਲ 5.25 ਫੁੱਟ ਮਸਾਂ ਉਹਦਾ ਕੱਦ ਆ। ਉਦੋਂ ਉਹ 14 ਸਾਲਾਂ ਦਾ ਸੀ, ਪਰ ਉਹ ਰਹਿਤ ਮਰਿਆਦਾ ਦੇ ਵਿੱਚ ਬੜਾ ਪੱਕ ਸੀ। ਕਹਿੰਦਾ ਮੈਂ ਅੰਮ੍ਰਿਤ ਛਕਣਾ, ਤੇ ਅਸੀਂ ਕਿਹਾ ਪਹਿਲੋਂ ਰਹਿਤ ਰੱਖ, ਤੇ ਉਹਨੇ ਪੂਰੀ ਤਰ੍ਹਾਂ ਰੱਖੀ ਸੀਗੀ। ਤੇ ਉਹਨੂੰ ਜਿਹੜਾ ਵੱਡਾ ਸੀਗਾ ਉਹਨੂੰ ਤੇ ਉਹ ਜਿਹੜਾ ਹਜੂਮ ਆਇਆ, 4-5 ਸੀਗੇ ਆਪਣੇ, ਉਹਨਾਂ ਨੇ ਸਾਰਿਆਂ ਦੇ ਉੱਪਰ ਜਿੱਦਾਂ ਸਰੀਏ ਲਾਠੀਆਂ ਮਾਰ ਕੇ ਉਹ ਡਿੱਗ ਪਏ ਉੱਪਰ, ਤੇਲ ਸੁੱਟ ਕੇ ਅੱਗ ਲਾ ਦਿੱਤੀ। ਜਿਹੜਾ ਛੋਟਾ ਸੀਗਾ ਉਹਨੂੰ ਵੱਡੇ ਨੇ ਉੱਥੇ ਪਾਈਪ ਸੀਗੇ ਕੋਈ ਪਏ ਹੋਏ, ਉਹਨਾਂ ਦੇ ਵਿੱਚ ਲੁਕਾ ਦਿੱਤਾ, ਪਰ ਉਹ ਬਾਹਰੋਂ ਹਜੂਮ ਨੇ ਦੇਖ ਲਿਆ ਤੇ ਉਹਨੂੰ ਉੱਥੋਂ ਕੱਢ ਲਿਆ। ਤੇ ਉਹ ਜਿਸ ਤਰ੍ਹਾਂ ਉਹਨੇ ਭਰਾ ਨੇ ਦੱਸਿਆ ਸੀਗਾ, ਕਹਿੰਦਾ ਵੀ ਮੈਨੂੰ ਉਹਨਾਂ ਨੇ ਉੱਥੋਂ ਫੜ ਲਿਆ, ਉਹ 2-2.5 ਹਜ਼ਾਰ ਬੰਦਾ ਹੋਊਗਾ, ਤੇ ਡੋਲਿਆਂ ਤੋਂ ਦੋਵੇਂ ਪਾਸਿਓਂ ਫੜਿਆ ਹੋਇਆ, ਤੇ ਕਹਿਣ ਕਿ ਇਹਦਾ ਤਮਾਸ਼ਾ ਕਰਨਾ। ਤਮਾਸ਼ਾ ਉਹ ਕਰਦੇ ਸੀਗੇ ਵੀ ਬਾਹਾਂ ਪਿੱਛੇ ਬੰਨ ਕੇ ਗਲ ਦੇ ਵਿੱਚ ਟਾਇਰ ਪਾ ਕੇ ਤੇਲ ਪਾ ਕੇ ਤੇ ਅੱਗ ਲਾ ਦਿੰਦੇ ਸੀ। ਤੇ ਉਹ ਜਦੋਂ ਤੜਪਦਾ ਸੀਗਾ, ਜਿਹਨੂੰ ਅੱਗ ਲੱਗੀ ਹੁੰਦੀ ਸੀ, ਤੇ ਕਹਿੰਦੇ ਸੀ ਦੇਖੋ ਸਿੱਖੜਾ ਡਾਂਸ ਕਰ ਰਿਹਾ, ਇਹ ਉਹਨਾਂ ਦਾ ਤਮਾਸ਼ਾ ਸੀ। ਕਹਿੰਦਾ ਵੀ ਉਹ ਕਹਿੰਦੇ ਵੀ ਇਹਦਾ ਤਮਾਸ਼ਾ ਕਰਨਾ ਲਿਜਾ ਰਹੇ। ਕਹਿੰਦੇ ਮੇਰੇ ਮਨ ਦੇ ਵਿੱਚ ਆਇਆ ਵੀ ਮਾਰ ਤੇ ਨਾ ਦੇਣਾ, ਤੇ ਏਦਾਂ ਮਰਨ ਦਾ ਕੀ ਫਾਇਦਾ ਆ। ਉਹ ਕਿਰਪਾਨ ਸੀ ਉਹਦੀ, ਬੜੀ ਛੋਟੀ ਕਿਰਪਾਨ ਸੀਗੀ, ਕਿਉਂਕਿ ਪੈਂਟ ਬੂਸ਼ਰਟ ਪਾਉਂਦਾ ਸੀ ਉਹਦੇ ਥੱਲਿਓਂ ਦੀ। ਤੇ ਉਹ ਕਹਿੰਦਾ ਵੀ ਉਹ ਡੋਲਿਆਂ ਤੋਂ ਨਾ ਫੜਿਆ, ਸਹਿਜੇ ਨਾਲ ਕਿਰਪਾਨ ਕੱਢ ਲਈ ਉਹਨੇ ਹੱਥ ਦੇ ਨਾਲ ਖੱਬੇ ਪਾਸਿਓਂ, ਤੇ ਇੱਕਦਮ ਜਦੋਂ ਏਦਾਂ ਕੀਤੀ ਮਾਰਨ ਵਾਸਤੇ, ਤੇ ਉਹ ਅਨਭੋਲ ਫੜੇ ਹੁੰਦੇ ਨੇ, ਕਿਹੜਾ ਪਤਾ ਹੁੰਦਾ, ਤੇ ਉਹ ਹੱਥ ਛੁੱਟ ਗਏ। ਤੇ ਕਹਿੰਦੇ ਕਿ ਮੈਂ ਫਿਰ ਉੱਥੋਂ ਭੱਜਿਆ, ਲਾਗੇ ਕਿਸੇ ਕੋਈ ਪੋਲਟਰੀ ਫਾਰਮ ਸੀਗਾ ਕਿਸੇ ਸਰਦਾਰ ਦਾ, ਤੇ ਉਧਰ ਨੂੰ,
ਤੇ ਉਹ ਮਗਰੇ ਬੰਦੇ ਗਏ ਤੇ ਉਹਨੇ ਚਿਰ ਨੂੰ ਉੱਥੇ ਫੌਜ ਦੀ ਗੱਡੀ ਆ ਗਈ ਮਿਲਟਰੀ ਦੀ, ਕਹਿੰਦਾ ਮੈਂ ਉਹਨਾਂ ਕੋਲ ਚਲ ਗਿਆ, ਉਹ ਮਗਰ ਭੱਜੇ ਸੀਗੇ ਪਰ ਉਹਨਾਂ ਕੋਲ ਫੜਿਆ ਨਹੀਂ ਗਿਆ ਮੈਂ, ਤੇ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਮਾਰ ਦੇ, ਉਹਨਾਂ ਨੇ ਮੈਨੂੰ ਉੱਥੋਂ ਲਿਆ ਤੇ ਬੰਗਲਾ ਸਾਹਿਬ ਛੱਡਤਾ। ਹੁਣ ਮੈਂ ਕਈ ਵਾਰ ਸੋਚਦਾ ਵੀ ਜਿਹੜੀ ਗੁਰੂ ਦੀ ਬਖਸ਼ਿਸ਼ ਆ ਨਾ, ਇਹ ਕਈ ਰੂਪਾਂ 'ਚ ਵਰਤਦੀ ਆ, ਵੀ ਜੇ ਉਹਦੇ ਕੋਲ ਜੇ ਉਹਨਾਂ ਕੀ ਵੀ ਹਥਿਆਰ ਨਾ ਹੁੰਦਾ ਤੇ ਉਹਦੀ ਮੌਤ ਅਵਸ਼ ਸੀਗੀ, ਤੇ ਉਹਦੇ ਨਾਲ ਹੀ ਉਹਦੀ ਜ਼ਿੰਦਗੀ ਜਿਹੜੀ ਬਚ ਗਈ। ਤੇ ਤਾਂ ਕਰਕੇ ਸ਼ਸਤਰ ਧਾਰੀ ਹੋਣਾ ਤੇ ਸ਼ਸਤਰ ਵਿਦਿਆ ਜਿਹੜੀ ਆ ਬੜੀ ਬੜੀ ਜ਼ਰੂਰੀ ਆ, ਕਿਉਂਕਿ ਇੱਕ ਜਿਹਨੂੰ ਸ਼ਸਤਰ ਵਿਦਿਆ ਹੁੰਦੀ ਆ ਗਤਕੇ ਵਾਲਾ, ਉਹ ਆਮ 10 ਬੰਦਿਆਂ ਨੂੰ ਨੇੜੇ ਨਹੀਂ ਆਉਣ ਦਿੰਦਾ। ਭਾਵ ਮਤਲਬ ਹੈ ਖਰਾ ਜਿਸ ਤਰ੍ਹਾਂ ਵੀ ਹੋ ਸਕੇ, ਭਾਵੇਂ ਗਤਕਾ ਵਾ ਜੋ ਵੀ ਹੈ, ਲੇਕਿਨ ਜਿੱਦਾਂ ਭਾਈ ਸਾਹਿਬ ਨੇ ਕਿਹਾ ਹੈ ਕਿ ਸਿੱਖਾਂ ਨੂੰ ਉਹਨਾਂ ਨੇ ਜੁਝਾਰੂ ਬਣਾਉਣਾ ਸੀ, ਹਰ ਕਿਸਮ ਦੇ ਸਮੇਂ ਤੇ ਬਾਅਦ ਉਹਨਾਂ ਨੂੰ ਅੱਗੋਂ ਖੜੇ ਹੋ ਕੇ ਰਜਿਸਟ ਕਰਨਾ, ਉਹਨਾਂ ਅੱਗੇ ਲੜਾਈ ਕਰਨੀ, ਸੱਚਾਈ ਵਾਸਤੇ ਖੜੇ ਹੋਣਾ, ਇਹ ਸਾਰੇ ਚੀਜ਼ਾਂ ਵਾਸਤੇ ਸਰੀਰਕ ਔਰ ਮਾਨਸਿਕ ਦੋਵੇਂ ਹੀ ਤਾਕਤਾਂ ਚਾਹੀਦੀਆਂ। ਤੇ ਗੁਰੂ ਸਾਹਿਬਾਂ ਨੇ ਮਾਨਸਿਕ ਤਾਕਤਾਂ ਦਿੱਤੀਆਂ ਆਪਣੇ ਧਰਮ ਦੇ ਥਰੂ, ਔਰ ਸਰੀਰਕ ਤਾਕਤਾਂ ਉਹਨਾਂ ਨੇ ਵੈਸੇ ਉਹਨਾਂ ਨੂੰ ਇਨਕਰੇਜ ਕੀਤਾ। ਸੋ ਇਹ ਹੋਲਾ ਮਹੱਲਾ ਜੋ ਹੈ ਇਸ ਪੁਆਇੰਟ ਆਫ ਵਿਊ ਤੋਂ ਕਾਫੀ ਮਹੱਤਵਪੂਰਨ ਹੈ, ਔਰ ਹੋ ਸਕਦਾ ਹੈ ਕਿ ਜਿੱਥੇ ਜਿੱਥੇ ਵੀ ਸੰਗਤ ਹੈ ਜ਼ਿਆਦਾ ਉੱਥੇ ਮਨਾਉਣਾ ਚਾਹੀਦਾ ਹੈ, ਔਰ ਉਸ ਵਾਸਤੇ ਕੁਝ ਪ੍ਰਚਾਰ ਵੀ ਕਰਨਾ ਪਏਗਾ ਤਾਂ ਕਿ ਲੋਕ ਇਸ ਨੂੰ ਅੱਛੀ ਤਰ੍ਹਾਂ ਸਮਝਣ ਕਿ ਇਹਦਾ ਮਤਲਬ ਕੀ ਹੈ, ਨਾ ਕਿ ਐਵੇਂ ਮਤਲਬ ਇਹ ਹੈ ਕਿ ਖਾਣ ਪੀਣ ਦੀ ਗੱਲਬਾਤ ਹੋਵੇ। ਤੋ ਇਹ ਵਿਚਾਰ ਜਾਂ ਓਵਰਆਲ ਨਾ ਜੀ, ਸਿੱਖ ਕੌਮ ਦਾ ਆਪਣੀ ਸਿਹਤ ਵੱਲ ਧਿਆਨ ਨਹੀਂ ਹੁੰਦਾ ਓਵਰਆਲ, ਮੈਨੂੰ ਪਤਾ ਇਸ ਚੀਜ਼ ਦਾ। ਇਹ ਹੁਣ ਗੁਰੂ ਮਹਾਰਾਜ ਨੇ ਤਾਂ ਸਾਨੂੰ ਸ਼ੁਰੂ ਤੋਂ ਹੀ ਇਸ ਪਾਸੇ ਲਾਇਆ ਹੋਇਆ ਨਾ ਜੀ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਇੱਕ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜ਼ੋਰ ਲਾਉਂਦੇ ਰਹੇ ਕਿ ਸਰੀਰਕ ਤੌਰ ਤੇ ਵੀ ਤਕੜੇ ਰਹੋ, ਮਾਨਸਿਕ ਤੌਰ ਤੇ ਵੀ ਤਕੜੇ ਰਹੋ। ਹਾਂਜੀ, ਤੇ ਜਿਹੜੀ ਸਾਡੀ ਸਿਹਤਾਂ ਜਿਹੜੀਆਂ ਦੇਖੋ ਤੁਸੀਂ ਕਿ ਸਾਡੇ ਜਿਹੜਾ ਪ੍ਰੋਫੈਸ਼ਨ ਆ ਸਾਡੇ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਲੋਕ ਹੈ, ਕਿਸੇ ਵੀ ਤੁਸੀਂ ਦੇਖੋ, ਮੈਂ ਕਈ ਵਾਰੀ ਪ੍ਰੀਸਟ ਦੇ ਜਿਹੜੇ ਦੇਖਦਾ ਸਾਰੇ ਲੋਕ, ਜਿਸ ਲਈ ਕਈ ਵਾਰੀ ਨਾ ਇੰਟਰਫੇਥ ਦੀ ਮੀਟਿੰਗਸ ਜਾਈਦਾ, ਉਹਨਾਂ ਵੱਲੋਂ ਧਿਆਨ ਨਾਲ ਦੇਖਦਾ ਹੁੰਦਾ, ਉਹਨਾਂ ਦੀ ਸਿਹਤ ਬੜੀ ਫਿੱਟ ਹੁੰਦੀ ਨੰਬਰ 1 ਤੇ। ਓਵਰਆਲ ਮੈਂ ਕਹਿੰਦਾ ਕਿ ਸਾਰੇ ਤਾਂ ਨਹੀਂ ਹੁੰਦੇ, 100% ਤਾਂ ਨਹੀਂ ਹੁੰਦੇ ਨਾ, ਲੇਕਿਨ ਸਾਡੇ ਮੋਸਟਲੀ ਸਾਡੇ ਲੋਕ ਜਿਹੜੇ ਆ ਪ੍ਰੋਫੈਸ਼ਨਲ ਲੋਕ ਆ, ਉਹ ਅਨਫਿਟ ਹੁੰਦੇ, ਬੋਡੀ ਲਈ ਬਿਲਕੁਲ ਅਨਫਿਟ ਹੋਣਗੇ, ਤੁਰਿਆ ਨਹੀਂ ਜਾਂਦਾ, ਉਹਨਾਂ ਤੋਂ, ਠੀਕ ਹੈ ਜੀ, ਸਾਹ ਚੜਦਾ। ਤੇ ਇਹ ਇਸ ਦੂਸਰੇ ਪਾਸੇ ਖਾਣਾ ਖੁਰਾਕ ਜਿਹੜਾ ਆ ਉਧਰ ਸਾਡਾ ਕਦੇ ਧਿਆਨ ਨਹੀਂ ਜਾਂਦਾ। ਦੈਨ ਇਹ ਵੀ ਮੈਂ ਦੇਖਿਆ ਕਿ ਸਾਡੇ ਲੋਕਾਂ ਨੂੰ ਫੋਰਸਫੁਲੀ ਲੋਕ ਫੀਡ ਕਰਦੇ ਜਾਣਗੇ, ਨਹੀਂ ਜੀ, ਇੱਕ ਤੇ ਦੇਖੋ ਨਾ, ਇੱਕ ਤੇ ਜਲੇਬੀ ਤਾਂ ਦੇਖੋ ਮੈਂ ਆਪ ਬਣਾਈ, ਇਸ ਤਰ੍ਹਾਂ ਕਰ ਕਰਕੇ ਨਾ ਇਨਸਿਸਟ ਕਰ ਕਰਕੇ ਦੇਈ ਜਾਣਗੇ, ਜੇ ਬੰਦਾ ਕੋਈ ਬਚਣਾ ਵੀ ਚਾਹੁੰਦਾ ਤਾਂ ਵੀ ਨਹੀਂ ਬਚਣ ਦੇਣਾ। ਤੇ ਦੇਖੋ ਇੱਥੇ ਕੁਝ ਸਾਲ ਪਹਿਲਾਂ That's very true, Uncle. That's a cultural issue we have all around. Yeah. ਸੋ ਮੈਂ ਤੁਹਾਨੂੰ ਫੈਕਟ ਦੱਸਦਾ ਜੀ, ਕਾਫੀ ਸਾਲ ਪਹਿਲਾਂ ਇਹ ਖਿਆਲ ਆਇਆ ਸਾਡੇ ਕਿ ਵੀ ਅਸੀਂ ਕਮਿਊਨਿਟੀ ਦੀ ਸੇਵਾ ਕਰੀਏ ਕਿਸ ਤਰ੍ਹਾਂ, ਅਮਰੀਕਨ ਕਮਿਊਨਿਟੀ ਦੀ ਸਾਰੀ ਇਨ ਜਨਰਲ। ਤੇ ਅਸੀਂ ਸੋਚਿਆ ਵੀ ਚਲੋ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਵਿਸਾਖੀ ਦੇ ਪੁਰਬ ਤੇ ਉਦੋਂ ਸੰਗਤ ਜ਼ਿਆਦਾ ਹੁੰਦੀ ਹੈ, ਉਦੋਂ ਸਾਡੇ ਤਕਰੀਬਨ 250 ਤੋਂ 300 ਬੰਦਾ ਹੁੰਦਾ, 3 ਸਟੇਟਾਂ ਤੋਂ ਆਉਂਦਾ ਹੈ। ਅੱਛਾ ਜੀ, ਅਸੀਂ ਅਰੇਂਜ ਕੀਤਾ, ਦਾਸ ਨੇ ਕੀਤਾ ਸੀ, ਉਹ ਬੜੇ ਮਿਹਨਤ ਕਰਨੀ ਪੈਂਦੀ ਉਹਦੇ ਕੰਮ ਦੀ। ਅਸੀਂ ਬਲੱਡ ਡਰਾਈਵ ਦਾ ਨਾ ਆਰਗੇਨਾਈਜ਼ ਕੀਤਾ ਸੀ। ਅੱਛਾ ਜੀ, ਬਲੱਡ ਡਰਾਈਵ ਸਾਡੀ ਪਹਿਲੇ ਸਾਲ ਜਦੋਂ ਹੋਈ, ਬੜਾ ਪ੍ਰਚਾਰ ਅਸੀਂ ਕੀਤਾ ਜੀ, ਆਓ ਜੀ, ਕਰੋ ਜੀ, ਕਰੋ ਜੀ, ਕਰੋ ਜੀ। ਤੇ ਉਹਨਾਂ ਨੂੰ ਨਾ ਕਰ ਕਰਾ ਕੇ ਜੀ ਟੋਟਲ 300 ਬੰਦੇ ਦੇ ਵਿੱਚੋਂ ਬਹੁਤੇ ਲੋਕ ਤੇ ਡਰਦੇ ਸੂਈ ਲਵਾਉਣ ਤੋਂ ਨਹੀਂ ਜਾਂਦੇ। ਉਸ ਤੋਂ ਬਾਅਦ ਡਿਸਕੁਆਲੀਫਾਈ ਹੁੰਦੇ ਆ, ਕਿਹੜੀ ਗੱਲ ਤੋਂ ਇੰਡੀਆ ਚਲੇ ਗਏ ਸੀ ਉਹ, ਚਲੋ ਉਹ ਵੀ ਉਹ ਵਾਜਬ ਹੈ ਚੀਜ਼, ਡਿਸਕੁਆਲੀਫਾਈ ਹੋ ਗਿਆ। ਉਸ ਤੋਂ ਬਾਅਦ ਜਿਹੜਾ ਸੈਕੰਡ ਜਿਹੜਾ ਲਾਰਜੈਸਟ ਜਿਹੜਾ ਪੁਆਇੰਟ ਹੈਗਾ ਆ ਨਾ ਡਿਸਕੁਆਲੀਫਾਈ ਹੋਣ ਦਾ, ਉਹ ਪਤਾ ਕੀ ਹੈ ਜੀ, ਡਾਇਬੈਟਿਕ ਤੇ ਬਲੱਡ ਪ੍ਰੈਸ਼ਰ। ਬਲੱਡ ਪ੍ਰੈਸ਼ਰ ਹਾਈ ਹੈ, ਡਾਇਬੈਟਿਕ ਹੈਗਾ ਤਾਂ ਨਹੀਂ ਲੈਂਦੇ। ਇਹਨਾਂ ਦੋਵਾਂ ਦੇ ਕਰਕੇ ਡਿਸਕੁਆਲੀਫਾਈ ਹੁੰਦੇ। 300 ਬੰਦੇ ਦੇ ਵਿੱਚੋਂ 25 ਬੰਦੇ ਨਿਕਲੇ ਜਿਹੜੇ ਉਹਨਾਂ ਨੂੰ 25 ਕਾਊਂਟਸ ਮਿਲੇ। ਅੱਛਾ ਜੀ, ਲਾਈਨ ਉਹ ਚਲੇ ਗਏ। ਉਸ ਤੋਂ ਬਾਅਦ ਅਗਲੇ ਸਾਲ ਫਿਰ ਕੀਤਾ ਜੀ, ਬੜਾ ਜ਼ੋਰ ਲਾਇਆ ਸੀਗਾ ਵੀ ਹੁਣ ਥੋੜਾ ਧਿਆਨ ਨਾਲ ਵੀ ਫੂਡ ਦਾ ਵੀ ਧਿਆਨ ਰੱਖੋ ਆਪਣਾ।
ਅਗਲੇ ਜਿਹੜਾ ਅਗਲੇ ਪ੍ਰੋਗਰਾਮ ਤੇ ਕੀਤਾ ਸਾਲ ਤੇ, ਉਹਦੇ ਵਿੱਚ ਉਹਨਾਂ ਨੂੰ ਜੀ ਸਾਡੇ ਅਨਫੋਰਚੂਨੇਟਲੀ ਟੋਟਲ ਜੀ 5 ਜਿਹੜੇ ਪੁਆਇੰਟ ਮਿਲੇ, 5 ਜਿਹੜੇ ਪੁਆਇੰਟਸ ਜਿਹੜੇ ਨਾ ਪੁਆਇੰਟਸ ਮਿਲ ਗਏ ਉਹਦੇ ਬਲੱਡ ਦੇ। ਥਰਡ ਟਾਈਮ ਸਿਰਫ 3 ਮਿਲੇ। ਦੈਨ ਉਹਨਾਂ ਨੇ ਫਿਰ ਮੈਨੂੰ ਈਮੇਲ ਕੀਤੀ ਕਿ ਕਹਿੰਦੇ ਕਿ ਵੀ ਸਾਨੂੰ 29 ਜਿਹੜੇ ਚਾਹੀਦੇ ਹੁੰਦੇ ਮਿਨੀਮਮ ਆਉਣ ਵਾਸਤੇ, ਕਿਉਂਕਿ ਸਟਾਫ ਦਾ ਖਰਚਾ ਐਰਾ ਵਗੈਰਾ ਉਹ ਪਾ ਕੇ, ਤੇ ਉਹ ਕਹਿੰਦੇ ਕਿ ਸਾਡੇ ਡਾਇਰੈਕਟਰ ਕਹਿੰਦੇ ਆ ਕਿ 29 ਸਾਨੂੰ ਘੱਟੋ ਘੱਟ ਚਾਹੀਦੇ ਹੁੰਦੇ ਆ, ਤੇ ਤੁਸੀਂ ਇਨਕਰੇਜ ਕਰੋ ਆਪਣੇ ਲੋਕਾਂ ਨੂੰ। ਤੇ ਫਿਰ ਮੈਂ ਉਹਨਾਂ ਨੂੰ ਹੱਥ ਜੋੜ ਦਿੱਤੇ, ਮੈਂ ਕਿਹਾ ਜੀ ਇਹ ਤੋਂ ਬਾਅਦ ਇਨਕਰੇਜ ਨਹੀਂ ਹੋਣਾ ਸਾਡੇ ਲੋਕਾਂ ਨੇ, ਤੇ ਇਹ ਤੋਂ ਬਾਅਦ ਮਿਲਣੇ ਨਹੀਂ, ਇਸ ਕਰਕੇ ਤੁਸੀਂ ਸਾਨੂੰ ਬਖਸ਼ ਦਿਓ, ਰਹਿਣੀ ਤੁਸੀਂ। ਇਹ ਸਾਡਾ ਔਰ ਇਹ ਜਿਹੜੀ ਇੱਕ ਚੀਜ਼ ਹੋਰ ਇੱਥੇ ਮੈਂ ਤੁਹਾਨੂੰ ਮੈਂਸ਼ਨ ਕਰਨੀ ਚਾਹਾਂਗਾ ਕਿ ਕਈ ਲੋਕਾਂ ਨੇ ਨਾ ਜਿਨ੍ਹਾਂ ਨੇ ਦਿੱਤਾ ਵੀ ਬਲੱਡ, ਜਿਹੜੇ ਕੁਆਲੀਫਾਈ ਕਰ ਗਏ, ਉਹਨਾਂ ਨੇ ਦਿੱਤਾ, ਉਹਨਾਂ ਦੇ ਵਿੱਚੋਂ 4-5 ਬੰਦੇ ਬੀਬੀਆਂ ਮਿਕਸ, ਉਹ ਬਲੱਡ ਦੇਣ ਤੋਂ ਬਾਅਦ ਫੇਂਟ ਹੋ ਗਏ ਸੀ। ਓਹੋ, ਹਾਂਜੀ, ਫੇਂਟ ਵੀ ਹੁੰਦੇ, ਯਾਨੀ ਸਾਡੀ ਇੰਨੀ ਸਿਹਤ ਹਲਕੀ ਹੈ। ਇਹ ਤੁਸੀਂ ਅਸੀਂ ਗੱਲ ਕਰ ਰਹੇ ਹੋਲੇ ਮੁਹੱਲੇ ਦੀ, ਜਿੱਥੇ ਸਾਰੇ ਦਾ ਸਾਰਾ ਸਾਡੀ ਸਿਹਤ ਦੇ ਨਾਲ ਜੁੜਿਆ ਹੋਇਆ। ਦੂਜੇ ਪਾਸੇ ਸਾਡੀ ਖੁਰਾਕ ਤੇ ਸਾਡੀ ਜਿਹੜੀ ਐਕਸਰਸਾਈਜ਼ ਨਾ ਕਰਨ ਦੀ ਮੈਂਟੈਲਿਟੀ ਹੈ, ਉਹਦੇ ਕਰਕੇ ਸਾਡੀਆਂ ਸਿਹਤਾਂ ਕਿੰਨੀਆਂ ਖਰਾਬ ਹੈ, ਇਹਦਾ ਸਾਨੂੰ ਕਦੇ ਅੰਦਾਜ਼ਾ ਨਹੀਂ ਆਉਂਦਾ। ਕਦੇ ਗੁਰਦੁਆਰਿਆਂ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਸਾਨੂੰ ਕਰਾਉਣਾ ਚਾਹੀਦਾ ਜੀ। ਇੱਥੇ ਮੈਂ ਕੋਸ਼ਿਸ਼ ਕੀਤੀ ਸੀ ਲੇਕਿਨ ਉਹ ਚੱਲਿਆ ਨਹੀਂ, ਹਾਲਾਂਕਿ ਡਾਕਟਰ ਹੀ ਆ ਬਹੁਤੇ ਸਾਡੀ ਕਮਿਊਨਿਟੀ ਦੇ ਵਿੱਚ। ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਕਿ ਤੁਸੀਂ ਰੈਂਡਮਲੀ ਕਿਤੇ ਨਾ ਲੈਬ ਲਿਆ ਕੇ ਅਰੇਂਜ ਕਰੋ, ਉਹਨਾਂ ਨੂੰ ਕਹੋ ਕਿ ਸਾਡੇ ਲੋਕਾਂ ਦਾ ਕੋਲੈਸਟਰੋਲ ਚੈੱਕ ਕਰੋ, ਇਹਨਾਂ ਦਾ ਬਲੱਡ ਪ੍ਰੈਸ਼ਰ ਚੈੱਕ ਕਰੋ, ਡਾਇਬੀਟੀਜ਼ ਚੈੱਕ ਕਰੋ, ਰੈਂਡਮਲੀ ਕਰਕੇ ਦੇਖੋ, ਫਿਰ ਪਤਾ ਲੱਗੇਗਾ ਕਿ ਇਹਨਾਂ ਦੇ ਚੋਂ ਕਿੰਨੇ ਸਿਹਤਮੰਦ ਹੈਗੇ। ਸੋ ਉਹ ਮਤਲਬ ਕਿ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਵੈਸੇ ਪ੍ਰੋਗਰਾਮ, ਉਸ ਤਰ੍ਹਾਂ ਜੰਗ ਬੱਚੇ, ਹੁਣ ਬੱਚੀ ਹਰਵੀਰ ਜੁੜੀ ਹੈ ਨਾਲ, ਤੇ ਇਹਨਾਂ ਨੂੰ ਕੁਛ ਇਸ ਤਰ੍ਹਾਂ ਦਾ ਕਰਨ ਕਿ ਗੁਰਦੁਆਰਿਆਂ ਦੇ ਵਿੱਚ ਰੈਂਡਮਲੀ ਕਰਨ, ਤੇ ਫਿਰ ਆਖਣ ਇਹਨਾਂ ਨੂੰ ਕਿ ਆਹ ਭਾਈ ਹੈ ਜਿਹੜੀ ਗੁਲਾਬ ਜਾਮਣ ਖਾਣੇ ਇੱਕ, ਇਹਦੇ ਵਿੱਚ ਇੰਨੀ ਕੈਲੋਰੀਜ਼ ਤੇ ਇੰਨੀ ਸ਼ੂਗਰ ਹੈ ਜੀ। ਜਲੇਬੀਆਂ ਇਜ਼ ਦ ਵਰਸਟ ਥਿੰਗ, ਜਲੇਬੀਆਂ ਤੋਂ ਪੈੜੀ ਕੋਈ ਡਾਈ ਹੋਈ ਨਹੀਂ ਸਹੀ। ਇੱਕ ਤਾਂ ਮੈਦਾ ਹੁੰਦਾ ਹੈ, ਕਿਸ ਆਇਲ ਚ ਤਲਿਆ ਹੁੰਦਾ ਹੈ, ਉਸ ਤੋਂ ਬਾਅਦ ਲੋਡਡ ਵਿਦ ਸ਼ੂਗਰ। ਤਿੰਨ ਇਨਗਰੀਡੀਐਂਟ ਹੈ ਜੀ, 3 ਸਿਰਫ ਸ਼ੂਗਰ, ਬਟਰ ਤੇ ਮੈਦਾ, ਰਾਈਟ? ਤਿੰਨੇ ਵਰਸ ਚੀਜ਼ਾਂ, ਤਿੰਨੇ ਵਰਸ। ਬਟਰ ਵੀ ਕਿੱਥੇ ਜੀ, ਆਇਲ ਹੁੰਦਾ, ਪਤਾ ਕਿੰਨੀ ਵਾਰ ਯੂਜ਼ ਕਰਦੇ ਆ। ਹਾਂਜੀ ਹਾਂਜੀ, how many times they use the same oil over and over again? ਹਾਂਜੀ, ਬਿਲਕੁਲ ਹੀ ਉਹ ਠੀਕ ਨਹੀਂ ਹੁੰਦਾ। ਤੇ ਯਾਰ ਇਹ ਸਾਨੂੰ ਕਰਨਾ ਚਾਹੀਦਾ ਹੈ, ਸਾਨੂੰ ਕੋਈ ਨਾ ਕੋਈ ਡਾਇਟੀਸ਼ੀਅਨ ਸਾਡੀ ਕਮਿਊਨਿਟੀ 'ਚ ਹੈਗੇ ਨੇ ਜ਼ਰੂਰ, ਉਹਨਾਂ ਨੂੰ ਗੁਰਦੁਆਰੇ 'ਚ ਉੱਠ ਕੇ ਫਿਰ ਇਹ ਗੱਲ ਨੂੰ ਪ੍ਰਚਾਰ ਕਰਨਾ ਚਾਹੀਦਾ ਵੀ ਦੇਖੋ ਅਸੀਂ ਡਾਇਟੀਸ਼ੀਅਨ, ਮੈਨੂੰ ਪਤਾ ਲੱਗਿਆ ਕਿਸੇ ਗੁਰਦੁਆਰੇ 'ਚ ਵਾਸ਼ਿੰਗਟਨ DC ਜਾਂ ਕਿਤੇ ਹੋਰ ਜਗ੍ਹਾ ਉਹਨਾਂ ਨੇ ਇਹ ਚੀਜ਼ ਚਲਾਈ ਹੋਈ ਹੈ, ਔਰ ਡਾਇਟੀਸ਼ੀਅਨ ਜਿਹੜੇ ਨੇ ਉਹ ਚੈੱਕ ਕਰਦੇ ਨੇ ਵੀ ਕਿਸ ਤਰ੍ਹਾਂ ਫੂਡ ਬਣ ਰਿਹਾ ਹੈ ਔਰ ਕੀ ਪਾਇਆ ਜਾ ਰਿਹਾ ਉਹਦੇ 'ਚ। ਵੈਰੀ ਗੁੱਡ। ਹਾਂਜੀ, ਔਰ ਸਗੋਂ ਇਸ ਤਰ੍ਹਾਂ ਦੀ ਐਟੀਟਿਊਡ ਦੇਖਿਆ ਲੋਕ ਘਰਾਂ 'ਚ ਆਪਣਾ ਸਾਦਾ ਬਣਾਉਂਦੇ ਆ, ਜੇ ਗੁਰਦੁਆਰੇ ਜਾਣਾ ਜੀ ਬਸ ਸੰਗਤ ਨੂੰ ਖਵਾਉਣਾ ਜੀ, ਬਸ ਘਿਓ ਹੀ ਵੱਧ ਪਾਓ, ਬਟਰ ਸੁੱਟੀ ਜਾਓ ਵਿੱਚ, ਸਾਨੂੰ ਲੱਗਦਾ। ਸੋ ਵੀ ਗਾਟ ਬੀ ਕੇਅਰਫੁਲ ਅਬਾਊਟ ਦੈਟ। ਸਾਨੂੰ ਵਿਚਾਰ ਕਰਨਾ ਚਾਹੀਦਾ ਖੁਰਾਕ ਬਾਰੇ। ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ, ਤੇ ਸਾਡੀ ਕਮਿਊਨਿਟੀ ਔਰ ਵਾਹਿਗੁਰੂ ਦੀ ਕਿਰਪਾ ਹੈ, ਮਾਇਆ ਦੀ ਕਮੀ ਨਹੀਂ ਹੈ, ਮਾਇਆ ਸਭ ਠੀਕ ਠਾਕ ਹੀ ਹਨ ਸਾਰੇ ਲੋਕ, ਇਸ ਵਾਸਤੇ ਜ਼ਿਆਦਾ ਜ਼ੋਰ ਫਿਰ ਫੂਡ ਤੇ ਆ ਜਾਂਦਾ। ਰਾਈਟ, ਆਈਡੀਅਲਿਜ਼ਮ ਜਿਹੜਾ ਨਾ ਜੀ ਗੁਰਦੁਆਰੇ ਦੇ ਵਿੱਚੋਂ ਚੱਲਣਾ ਚਾਹੀਦਾ ਨਾ ਜੀ। ਕਿਸੇ ਵੀ ਚੀਜ਼ ਨੂੰ ਤੁਸੀਂ ਜਿਹੜਾ ਪ੍ਰੈਜ਼ੈਂਟੇਬਲ ਚੀਜ਼ ਹੋਣੀ ਚਾਹੀਦੀ ਹੈ, ਸੇਵਾ ਕਰਦੇ ਆ ਤੇ ਸਿਰਫ ਅੰਦਰ ਗੁਰਦੁਆਰੇ ਦੇ ਵਿੱਚ ਕਰੀ ਜਾਂਦੇ ਆ ਜੀ। ਵੱਧ ਤੋਂ ਵੱਧ ਜ਼ੋਰ ਲੰਗਰ ਤੇ, ਉਸ ਤੋਂ ਬਾਅਦ ਸਫਾਈ ਕਰੀ ਜਾਂਦੇ, 4-4 5-5 ਵਾਰੀ ਸਫਾਈ ਕਰੀ ਜਾਂਦੇ, ਉਸੇ ਚੀਜ਼ ਨੂੰ ਧੋਈ ਜਾਂਦੇ। ਉਹਦੇ ਨਾਲੋਂ ਚੰਗਾ ਮੈਂ ਤੇ ਕਹਿੰਦਾ ਹੁੰਦਾ ਜੀ ਕਿ ਗੁਰਦੁਆਰਾ ਤੇ ਇੱਕ ਸਕੂਲ ਹੈ। ਹੁਣ ਦੁਨੀਆ ਦੇ ਕੋਈ ਵੀ ਤੁਸੀਂ ਸਕੂਲ ਦੇਖੋ, ਤੁਸੀਂ ਇੰਜੀਨੀਅਰਿੰਗ ਕੀਤੀ, ਤੁਸੀਂ ਬਾਹਰ ਨਿਕਲੇ ਕੰਮ, ਤੁਸੀਂ ਬਾਹਰ ਕਿਸੇ ਕੰਪਨੀ ਵਾਸਤੇ ਕੀਤਾ, ਕਿਧਰੇ ਹੋਰ ਜਾ ਕੇ ਕੀਤਾ, ਉਸ ਸਕੂਲ ਦੇ ਵਿੱਚ ਥੋੜੀ ਕਰਨ ਲੱਗ ਪੈਦਾ ਹੁੰਦਾ ਜੀ ਕੰਮ ਜਿਹੜਾ ਸਿੱਖਿਆ ਉੱਥੋਂ। ਗੁਰਦੁਆਰੇ ਨੂੰ ਅਸੀਂ ਸਕੂਲ ਦੀ ਤਰ੍ਹਾਂ ਨਹੀਂ ਲੈਂਦੇ, ਗੁਰਬਾਣੀ ਨੂੰ ਸਕੂਲ ਦੀ ਤਰ੍ਹਾਂ ਨਹੀਂ ਲੈਂਦੇ। ਹੁਣ ਆ ਗੁਰਬਾਣੀ ਦਾ ਜਿਹੜਾ ਸ਼ਬਦ ਹੈ, ਹੋਲੀ ਦਾ ਸ਼ਬਦ ਹੈ, ਕਿੰਨਾ ਪਿਆਰਾ ਸ਼ਬਦ ਹੈ ਜੀ। ਇਸੇ ਤਰ੍ਹਾਂ ਤੁਹਾਨੂੰ ਸਿਹਤ ਦੇ ਵਾਸਤੇ ਬੜੇ ਲੱਭਣਗੇ ਸ਼ਬਦ, ਹੈ ਨਾ ਜੀ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਾਨ ਪੀੜੀਆਂ, ਮਨ ਮੈਂ ਚੱਲੇ ਵਿਕਾਰ। ਠੀਕ ਹੈ ਜੀ, ਉਹ ਉਸ ਵਾਸਤੇ ਅਸੀਂ ਧਿਆਨ ਨਹੀਂ ਦੇਣਾ। ਮਹਾਰਾਜ ਨੇ ਇਹ ਵੀ ਕਿਹਾ ਆ ਵੀ ਖਾਣੇ ਵੀ ਇਸ ਵਾਸਤੇ ਵੀ ਥੋੜਾ ਜਿਹਾ ਧਿਆਨ ਦਿਓ ਆਪਣਾ, ਨਾ ਉਧਰ ਕੋਈ ਧਿਆਨ ਨਹੀਂ ਹੈ। ਤਾਂ ਓਵਰਆਲ ਜਿਹੜਾ ਨਾ ਜੀ ਸਾਨੂੰ ਨਾ ਤੇ ਅਸੀਂ ਜਿਹੜੀ ਇੱਕੋ ਹੀ ਉਹੀ ਪ੍ਰੋਬਲਮ ਆਉਂਦੀ ਹੈ ਕਿ ਜਿਹੜੀ ਪਹਿਲਾਂ ਬੇਨਤੀ ਕੀਤੀ ਕਿ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਸਿੱਖ ਧਰਮ ਉਹਨਾਂ ਨੇ ਬਣਾ ਕੇ ਸਾਨੂੰ ਪਰੋਸ ਦਿੱਤਾ, ਅਸੀਂ ਉਹਨੂੰ ਫੋਲੋ ਕਰਨ ਲੱਗ ਪਏ। ਜਿਸ ਤੁਸੀਂ ਕਈ ਵਾਰੀ ਗੱਲ ਕਰਦੇ ਆ
ਕਿ ਲੰਗਰ ਜਿਹੜਾ ਲੋਕਾਂ ਨੂੰ ਖਵਾਉਣਾ, ਬਾਹਰ ਜਾ ਕੇ ਖਵਾਈ ਜਾਣਾ ਹੈ ਨਾ, ਉਹ ਕੋਈ ਵੱਡਾ ਮਹਿਨਾ ਨਹੀਂ ਹੈ ਉਹਦਾ ਜੀ। ਹੁਣ ਦਿੱਲੀ ਜਿਹੜੀ ਉਹਨਾਂ ਨੇ ਅਰਬਾਂ ਰੁਪਈਆ ਲਾ ਕੇ ਜਿਹੜੀ ਮਾਡਰਨ ਕਰ ਦਿੱਤੀ ਉੱਥੇ ਦੀ ਕਿਚਨ, ਉਹ ਕਿਸ ਵਾਸਤੇ ਕੀਤੀ ਹੈ? ਉਹ ਕੀਤੀ ਤੇ ਇਸ ਵਾਸਤੇ ਕਿਉਂਕਿ ਉੱਥੋਂ ਦੁਪਹਿਰ ਦਾ ਖਾਣਾ ਪਾਰਲੀਮੈਂਟ ਦੇ ਵਿੱਚ ਜਾਂਦਾ ਹੈ। हाँ जी, वो बहुत एक्सप्लॉयटेशन हो रही सिखा दी जी। दे आर इकोनॉमिक्स कहते शोषण है, पंजाबी लफ्ज़ शोषण कर रहे साडा, इकोनॉमिक एक्सप्लॉयटेशन कर रहे साडी। वो जिथे वो प्रोटेस्ट होंदे है उत्थे कोई ना कोई जी खाना लंगर च जाओ, उत्थों जाओगा जी, कि तमाशा है कोई रखिया राइट। मिनिमम ਜਿਹੜੀ ਸਰੀਰ ਦੀ ਜ਼ਰੂਰਤ ਹੈ ਨਾ, ਜੋ ਪੂਰੀ ਕਰਨ ਵਾਸਤੇ ਹੋਵੇ ਜੀ। ਜੇ ਘੱਟ ਖਾਣਾ ਬਣੇਗਾ, এনवायरमेंट ਵੀ ਸਾਫ਼ ਰਹੇਗਾ। ਖਾਣੇ ਵਾਸਤੇ ਬਰਤਨ ਘੱਟ ਚਾਹੀਦੇ ਆ, ਫਿਰ ਗੰਦ ਘੱਟ ਪਏਗਾ, ਵਧਿਆ ਹੋਇਆ ਜਿਹੜਾ ਤੁਸੀਂ ਸੁੱਟਣਾ ਉੱਥੇ। ਜੀ ਜੀ। ਇੱਕ ਗੱਲ ਹੋਰ, ਕਿਉਂਕਿ ਵਾਤਾਵਰਣ ਦੀ ਗੱਲ, ਤੁਸੀਂ এনवायरमेंट ਦੀ ਗੱਲ ਕੀਤੀ ਹੈ ਔਰ ਗੱਲ ਕੀਤੀ ਸੀ ਕਿ ਵਿਮਨਸ ਰੋਲ, ਉਹਦੇ 'ਚ ਇੱਕ ਗੱਲ ਕਹਿਣੀ ਚਾਹਾਂਗਾ ਕਿ ਵਿਮਨ ਦਾ ਰੋਲ ਕਿਉਂ ਹੈ, ਕਿਉਂਕਿ ਸਾਡੀਆਂ ਲੇਡੀਜ਼ ਨੇ ਘਰਾਂ ਦੇ ਵਿੱਚ ਕਿਚਨ ਤੇ ਜ਼ਿਆਦਾ ਟਾਈਮ ਲਗਾਉਂਦੀਆਂ ਹਨ। ਆਦਮੀ ਵੀ ਕਰਦੇ ਨੇ, ਆਈ ਐਮ ਨਾਟ ਸੇਇੰਗ ਕਿ ਕੋਈ ਬਰਾਬਰ ਹੋਣਾ ਚਾਹੀਦਾ, ਲੇਕਿਨ ਕਿਚਨ ਵਿੱਚ ਪਾਣੀ ਦੀ ਯੂਸੇਜ ਹੈਗੀ, ਜਿਹੜੀਆਂ ਚੀਜ਼ਾਂ ਥਰੋਵੇ ਟਾਈਪ ਆਫ ਚੀਜ਼ਾਂ ਹੈਗੀਆਂ ਉਹਨਾਂ ਦੀ ਯੂਜ਼ ਹੁੰਦਾ ਹੈ। ਤਾਂ ਅਗਰ ਉਹ ਇਸ ਚੀਜ਼ ਦੇ ਕੌਨਸ਼ੀਅਸ ਹੋਣ, ਕੌਨਸ਼ੀਅਸਨੈਸ ਬਹੁਤ ਜ਼ਰੂਰੀ ਹੈ ਕਿ ਉਹ ਗੱਲ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਜੋ ਅਸੀਂ ਕਰਦੇ ਹਾਂ ਉਹਦੇ ਨਾਲ ਵਾਤਾਵਰਨ ਦਾ ਕੀ ਇਫੈਕਟ ਪੈਂਦਾ ਹੈ। ਉਹ ਵੀ ਹੋਣਾ ਚਾਹੀਦਾ ਹੈ ਕਿ ਜੋ ਪਾਣੀ ਦੀ ਵੇਸਟੇਜ ਹੈ ਉਹਨੂੰ ਘੱਟ ਕੀਤਾ ਜਾਵੇ, ਜਿਹੜੇ ਫਲ ਫਰੂਟ ਜਾਂ ਸਬਜ਼ੀਆਂ ਦੇ ਜੋ ਵੇਸਟ ਹੁੰਦਾ ਹੈ ਉਹ ਸੁੱਟਣ ਦੇ ਬਜਾਏ ਉਸਨੂੰ ਕੰਪੋਸਟ ਕੀਤਾ ਜਾਵੇ। ਸੋ ਇਹ ਤੋਂ ਥੋੜ੍ਹੀ ਜਿਹੀ ਗੱਲਾਂ ਹੈ ਜਿਹੜੀਆਂ ਕਿ ਇਸ ਪਾਸੇ ਧਿਆਨ ਕਰਨ ਨਾਲ ਉਹਦਾ ਫਾਇਦਾ ਹੋ ਸਕਦਾ ਹੈ। ਸੋ ਇੰਨੀ ਕੁ ਜਿਹੀ ਗੱਲ ਕਰਾਂਗਾ, ਜ਼ਿਆਦਾ ਕੁਛ ਤਾਂ ਨਹੀਂ ਹੈ। ਬਾਕੀ ਤਾਂ ਸਾਰਿਆਂ ਦਾ ਫਰਜ਼ ਹੈ ਆਪਣੇ ਵਾਤਾਵਰਨ ਦਾ ਖਿਆਲ ਕਰਨਾ, ਕਿਸੇ ਇੱਕ ਪਾਰਟ ਦਾ ਨਹੀਂ ਹੈਗਾ। ਸੋ ਇੰਨੀ ਬੇਨਤੀਆਂ ਹਨ। ਬਾਕੀ ਅੱਜ ਸਾਡੀ ਸੰਗਤ ਬਹੁਤ ਥੋੜੀ ਹੈ, ਸੋ ਹੋਰ ਕੋਈ ਗੱਲਬਾਤ ਹੋਵੇ ਤਾਂ ਦੱਸੋ, ਨਹੀਂ ਤਾਂ ਫਿਰ ਅਸੀਂ we should call it a day ਜੀ। अच्छा जी, थैंक यू वेरी मच, बहुत बहुत धन्यवाद, बहुत शुक्रिया जी। आप जी बड़े बड़े सोने विचार आप सब देते रहे, भाई साहब जी, भाई धर्म सिंह जी साहब जी ने भी, हरवीर बेटा, थैंक यू सो मच फॉर ज्वाइनिंग। Yes, Papa, thanks, thank you. Okay, you're welcome. Okay, वाहे खालसा वाहे फतेह। वाहिगुरू जी की फतेह।